ਵਾਹਿਗੁਰੂ। ਸਭ ਸੰਗਤ ਸੀਸ ਨਿਵਾਏ ਕਹੋ, ਮੇਰੇ ਮਨ ਹੋ ਨ ਵਿਸਰੈ ਵਾਹਿਗੁਰੂ। ਪਰਮ ਸਨਮਾਨਯੋਗ ਸਤਿਗੁਰਾਂ ਦੀ ਸਾਜੀ ਨਿਵਾਜੀ ਗੁਰੂ ਪਿਆਰੀ ਗੁਰੂ ਰੂਪ ਖਾਲਸਾ ਸਾਧ ਸੰਗਤ ਜੀਓ, ਵੱਡਿਆਂ ਭਾਗਾਂ ਵਾਲੇ ਹਾਂ ਜੋ ਰੋਜ਼ਾਨਾ ਦੀ ਤਰ੍ਹਾਂ ਪਾਵਨ ਅਸਥਾਨ ਤੇ ਸਜੇ ਹੋਏ ਦੀਵਾਨਾਂ ਦੀਆਂ ਹਾਜ਼ਰੀਆਂ ਭਰਦਿਆਂ ਹੋਇਆਂ ਸੋਦਾਰ ਰਹਿਰਾਸ ਸਾਹਿਬ ਜੀ ਦੇ ਪਾਠ ਪ੍ਰੇਮ ਸਹਿ ਸ਼ਰਵਣ ਕੀਤੇ ਹਨ। ਗੁਰੂ ਚਰਨਾਂ ਵਿੱਚ ਅਰਦਾਸ ਬੇਨਤੀ ਜੋਦਰੀ ਕਰਨ ਉਪਰੰਤ ਸਤਿਗੁਰਾਂ ਨੇ ਕਿਰਪਾ ਕਰਕੇ ਪਾਵਨ ਪਵਿੱਤਰ ਮੁਖਵਾਕ ਬਖਸ਼ਿਸ਼ ਕਰਕੇ ਸਾਨੂੰ ਸਾਰਿਆਂ ਨੂੰ ਨਿਹਾਲ ਕੀਤਾ ਹੈ। ਰੋਜ਼ਾਨਾ ਦੀ ਤਰ੍ਹਾਂ ਪਾਵਨ ਅਸਥਾਨ ਤੇ ਸਾਹਿਬ ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਜੀਵਨ ਦੀ ਲੜੀਵਾਰ ਕਥਾ ਨੂੰ ਵਿਚਾਰਨ ਵਾਸਤੇ ਗੁਰੂ ਕੀ ਗੋਦ ਦਾ ਆਨੰਦ ਮਾਣ ਰਹੇ ਹਾਂ। ਆਓ ਵਿਚਾਰਾਂ ਦੀ ਆਰੰਭਤਾ ਤੋਂ ਪਹਿਲਾਂ ਗੁਰੂ ਚਰਨਾਂ ਵਿੱਚ ਸੁਰਤ ਨੂੰ ਇਕਾਗਰ ਕਰੀਏ, ਮਨ ਬਿਰਤੀਆਂ ਨੂੰ ਗੁਰੂ ਚਰਨਾਂ ਨਾਲ ਜੋੜਦੇ ਹਾਂ, ਰਸਨਾ ਪਵਿੱਤਰ ਕਰੀਏ। ਪ੍ਰੇਮ ਸਹਿਤ ਸਾਰੀ ਸੰਗਤ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਤਿਗੁਰਾਂ ਨੇ ਅਪਾਰ ਕਿਰਪਾ ਕੀਤੀ ਹੈ। ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਜੀਵਨ ਪ੍ਰਸੰਗ ਵਿੱਚੋਂ ਲੜੀਵਾਰ ਕਥਾ ਆਪਾਂ ਸ਼ਰਵਣ ਕਰ ਰਹੇ ਹਾਂ। ਇਸ ਵੇਲੇ ਗੁਰੂ ਨਾਨਕ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਆਪਣੇ ਸਾਥੀ ਭਾਈ ਮਰਦਾਨਾ ਤੇ ਭਾਈ ਬਾਲਾ ਜੀ ਦੇ ਸਮੇਤ 9 ਖੰਡਾਂ ਦੀ ਯਾਤਰਾ ਕਰ ਰਹੇ ਨੇ। ਬੇਅੰਤ ਤਰ੍ਹਾਂ ਦੀ ਦੁਨੀਆ, ਵੱਖੋ ਵੱਖਰੀ ਤਰ੍ਹਾਂ ਦੇ ਮਨੁੱਖ, ਵੱਖੋ ਵੱਖਰੀ ਵਿਚਾਰਧਾਰਾ ਦੇ ਮਨੁੱਖ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੂੰ ਮਿਲ ਰਹੇ ਨੇ ਤੇ ਸਾਰੇ ਜਦੋਂ ਗੁਰੂ ਕੇ ਬਚਨ ਸੁਣਦੇ ਨੇ, ਗੁਰੂ ਸਾਹਿਬ ਜੀ ਦੇ ਵਿਚਾਰਾਂ ਤੋਂ ਪ੍ਰਭਾਵਿਤ ਹੋ ਕੇ ਗੁਰੂ ਸਾਹਿਬ ਦੇ ਚਰਨੀ ਝੁਕ ਜਾਂਦੇ ਨੇ। ਤੁਰਦਿਆਂ ਤੁਰਦਿਆਂ ਸਾਹਿਬ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਇੱਕ ਐਸੇ ਖੰਡ ਵਿੱਚ ਪਹੁੰਚੇ ਨੇ ਜਿਹਨੂੰ ਹਿਰਨ ਖੰਡ ਕਿਹਾ ਜਾਂਦਾ ਹੈ। ਇੱਥੋਂ ਦੀ ਜਿਹੜੀ ਧਰਤੀ ਹੈ ਇਸ ਤਰ੍ਹਾਂ ਦੀ ਹੈ ਜਿਵੇਂ ਸੋਨੇ ਦੀ ਹੋਵੇ, ਬੜੀ ਚਮਕ ਹੈ ਧਰਤੀ ਵਿੱਚ। ਇਸ ਧਰਤੀ ਦੇ ਇਸ ਖੰਡ ਤੇ ਵਸਣ ਵਾਲੇ ਜਿਹੜੇ ਲੋਕ ਨੇ ਉਹਨਾਂ ਦੀ ਜਿਹੜੀ ਜੀਵਨ ਸ਼ੈਲੀ ਹੈ ਉਹ ਜ਼ਿਆਦਾਤਰ ਯੋਗ ਮਤ ਨਾਲ ਜੁੜੀ ਹੋਈ, ਸਾਰੇ ਯੋਗ ਮਤ ਦੇ ਅਨੁਸਾਰ ਚੱਲਣ ਵਾਲੇ ਨੇ। ਤੇ ਉਹ ਜਿਹੜੇ ਵਸਨੀਕ ਨੇ ਇੱਥੋਂ ਦੇ ਯੋਗ ਮਤ ਦੇ ਆਸਰੇ ਬੇਅੰਤ ਤਰ੍ਹਾਂ ਦੇ ਆਸਣ ਕਰਦਿਆਂ ਉਹ ਬੁਢੇਪਾ ਨਹੀਂ ਆਪਣੇ ਜੀਵਨ ਵਿੱਚ ਆਉਣ ਦਿੰਦੇ, ਹਮੇਸ਼ਾ ਹੀ ਜਵਾਨ ਰਹਿਣ ਦਾ ਯਤਨ ਕਰਦੇ ਨੇ। ਤੇ ਕੋਈ ਵੀ ਇਸ ਇਲਾਕੇ ਦਾ ਮਨੁੱਖ ਜਿਹੜਾ ਹੈ ਆਪਣੇ ਘਰ ਵਿੱਚ ਪ੍ਰਾਣ ਨਹੀਂ ਸੀ ਤਿਆਗਦਾ। ਕਿਸੇ ਵੀ ਮਨੁੱਖ ਦੀ ਮੌਤ ਆਪਣੇ ਘਰ ਵਿੱਚ ਨਹੀਂ ਸੀ ਹੁੰਦੀ। ਇੱਥੋਂ ਤੱਕ ਆਪਾਂ ਵਿਚਾਰ ਸ਼ਰਵਣ ਕੀਤਾ ਸੀ। ਆਓ ਅਗਲਾ ਪ੍ਰਸੰਗ ਜਿਹੜਾ ਹੈ ਪ੍ਰੇਮ ਨਾਲ ਵਿਚਾਰਨਾ ਕਰੀਏ। ਅੰਤ ਸਮਾਂ ਤਿਨ ਕੋ ਜੇ ਪਹੁੰਚੇ, ਤਬ ਬੈਠੇ ਗਿਰ ਪਰ ਚੜ੍ਹੇ ਉੱਚੇ। ਹੁਣ ਯੋਗ ਸਾਧਨਾ ਦੇ ਕਰਕੇ, ਦਿਨ ਰਾਤ ਸਵਾਸਾਂ ਦਾ ਅਭਿਆਸ ਕਰਨ ਦੇ ਕਰਕੇ ਜਦੋਂ ਇਹਨਾਂ ਦਾ ਅੰਤ ਸਮਾਂ ਨੇੜੇ ਆਉਂਦਾ ਹੈ ਤਾਂ ਇਹ ਬੜੇ ਉੱਚੇ ਪਹਾੜ ਤੇ ਜਾ ਕੇ ਬੈਠ ਜਾਂਦੇ ਸਨ। ਬ੍ਰਹਮਰੰਦਰ ਕੋ ਫੋਰ ਸੁਡਾਰੇ, ਤਹਤੇ ਆਪਣੇ ਪ੍ਰਾਣ ਨਿਕਾਰੇ। ਹੁਣ ਕਿਉਂਕਿ ਯੋਗ ਮਤ ਦੀ ਆਰਾਧਨਾ ਕਰਦੇ ਨੇ, ਬੜੀ ਕਠਿਨ ਸਾਧਨਾ ਕਰਦੇ ਨੇ ਇੱਥੋਂ ਦੇ ਲੋਕੀ, ਅੰਤਲੇ ਸਮੇਂ ਇਹ ਪਹਾੜ ਤੇ ਜਾ ਕੇ ਸਮਾਧੀ ਲਾ ਕੇ ਆਪਣੇ 10ਵੇਂ ਦੁਆਰ ਦੇ ਰਾਹੀਂ ਆਪਣੇ ਪ੍ਰਾਣ ਛੱਡਦੇ ਸਨ। ਭਾਵ ਕਿ ਜਿਹੜੀ ਮੌਤ ਸੀ ਇਹਨਾਂ ਦੀ ਇਹ ਘਰ ਤੋਂ ਬਾਹਰ ਇਸ ਪਰਬਤ ਤੇ ਆ ਕੇ ਹੁੰਦੀ ਸੀ। ਤਿੰਨਪੁਰ ਵਿਖੇ ਜਾਏ ਗੁਰ ਵੈਸੇ, ਮਾਨੋ ਭਾਣ ਗਿਆਨ ਕੋ ਜੈਸੇ। ਗਿਆਨ ਦੇ ਸੂਰਜ ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਇਸ ਨਗਰ ਵਿੱਚ ਆ ਪਹੁੰਚੇ ਨੇ, ਜਿੱਥੇ ਇਸ ਤਰ੍ਹਾਂ ਦੀ ਬਿਰਤੀ ਵਾਲੇ ਲੋਕ ਨੇ ਜਿਹੜੇ ਯੋਗ ਮਤ ਦੇ ਬਹੁਤ ਪਰਪੱਕ ਯੋਗੀ ਨੇ।
ਬਹੁ ਨਰ ਬੈਠੇ ਆਣ ਸਮੀਪਾ, ਤਬ ਬੋਲੇ ਬੇਦੀ ਕੁਲਦੀਪਾ। ਸਾਧੂ ਆਇਆ ਜਾਣ ਕੇ, ਸਾਧੂ ਦੇ ਸਤਿਕਾਰ ਵਿੱਚ ਭਾਵ ਕਿ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੂੰ ਕੋਈ ਸਾਧੂ ਜਾਣਦਿਆਂ ਹੋਇਆ ਕਾਫੀ ਸਾਰੇ ਲੋਕ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੇ ਪਾਸ ਆ ਕੇ ਬੈਠ ਗਏ। ਸਾਹਿਬ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੇ ਫਿਰ ਇਹਨਾਂ ਨਾਲ ਬਚਨ ਵਿਲਾਸ ਕਰਨੇ ਆਰੰਭ ਕੀਤੇ। ਕੈਸੋ ਤੁਮ ਉਪਦੇਸ਼ ਕਮਾਵੋ, ਆਪਣੇ ਗੁਰ ਕੋ ਨਾਮ ਬਤਾਵੋ। ਗੁਰੂ ਨਾਨਕ ਸਾਹਿਬ ਮਹਾਰਾਜ ਜੀ ਜਾਣ ਗਏ ਕਿ ਇਹ ਕਿਤੇ ਨਾ ਕਿਤੇ ਜੁੜੇ ਹੋਏ ਹਨ, ਕਿਉਂਕਿ ਜੁੜੇ ਹੋਏ ਦਾ ਜੀਵਨ ਜਿਹੜਾ ਹੈ ਆਮ ਸੰਸਾਰੀ ਮਨੁੱਖਾਂ ਨਾਲੋਂ ਵੱਖਰਾ ਹੁੰਦਾ। ਗੁਰੂ ਸਾਹਿਬ ਜੀ ਨੇ ਇਹਨਾਂ ਨੂੰ ਪੁੱਛਿਆ, ਤੁਸੀਂ ਕਿਸ ਤਰ੍ਹਾਂ ਦਾ ਉਪਦੇਸ਼ ਕਮਾਉਂਦੇ ਹੋ? ਤੁਹਾਡਾ ਗੁਰੂ ਕੌਣ ਹੈ ਜਿਹਦਾ ਉਪਦੇਸ਼ ਲੈ ਕੇ ਤੁਸੀਂ ਆਪਣੀ ਜ਼ਿੰਦਗੀ ਵਿੱਚ ਕਮਾ ਰਹੇ ਹੋ? ਕਹੇ ਸੋ ਗੁਰ ਗੋਰਖ ਹਮ ਜਾਨੋ, ਪ੍ਰਾਣਾਯਾਮ ਉਪਦੇਸ਼ ਪਛਾਨੋ। ਇਹਨਾਂ ਲੋਕਾਂ ਨੇ ਦੱਸਿਆ ਜੀ ਸਾਡੇ ਗੁਰੂ ਦਾ ਨਾਮ ਗੋਰਖਨਾਥ ਹੈ ਤੇ ਅਸੀਂ ਯੋਗ ਮਤ ਦਾ ਜਿਹੜਾ ਪੁਰਾਣਾ ਨਾਮ ਹੈ ਉਹਦੇ ਅਨੁਸਾਰ ਅਸੀਂ ਉਪਦੇਸ਼ ਕਮਾ ਰਹੇ ਹਾਂ, ਭਾਵ ਕਿ ਯੋਗ ਦੇ ਜਿਹੜੇ ਸਾਧਨ ਨੇ, ਯੋਗ ਮਤ ਦੇ ਸਾਧਨਾਂ ਦੇ ਨਾਲ ਅਸੀਂ ਆਪਣੇ ਜੀਵਨ ਨੂੰ ਸਹੀ ਕਰਨ ਦਾ ਯਤਨ ਕਰ ਰਹੇ ਹਾਂ। ਸਾਧੈ ਜੋਗ ਸਦੀਪ ਤਦਾਪੀ, ਮਨ ਕੋ ਸ਼ਾਂਤ ਨਾ ਆਵ ਕਦਾਪੀ। ਇਹਨਾਂ ਨੇ ਜੋ ਜੀਵਨ ਦੇ ਵਿੱਚ ਸਾਧਨਾ ਕਰ ਰਹੇ ਨੇ, ਕਹਿੰਦੇ ਜੀ ਅਸੀਂ ਸਾਧਨਾ ਬੜੀ ਕਰ ਰਹੇ ਹਾਂ। ਯੋਗ ਦੀ ਸਾਧਨਾ ਅਸੀਂ ਬਹੁਤ ਚੰਗੇ ਤਰੀਕੇ ਨਾਲ ਕਰੀ ਹੈ, ਪਰ ਜਿਹੜਾ ਜੀਵਨ ਵਿੱਚ ਆਨੰਦ ਚਾਹੀਦਾ ਹੈ, ਮਨ ਦੀ ਸ਼ਾਂਤੀ ਚਾਹੀਦੀ ਹੈ, ਉਹ ਸਾਨੂੰ ਨਸੀਬ ਨਹੀਂ ਹੁੰਦੀ। ਇਹ ਠੀਕ ਹੈ, ਬੇਅੰਤਰਾਂ ਦੇ ਆਸਣ ਅਸੀਂ ਕਰਦੇ ਹਾਂ, ਸਵਾਸਾਂ ਦਾ ਅਭਿਆਸ ਵੀ ਕਰੀਦਾ ਹੈ, ਪਰ ਜਿਹੜਾ ਅੰਦਰ ਟਿਕਾ ਚਾਹੀਦਾ ਹੈ, ਮਨ ਦੀ ਸ਼ਾਂਤੀ ਚਾਹੀਦੀ ਹੈ, ਉਹ ਸਾਨੂੰ ਅਜੇ ਤੱਕ ਕਿਸੇ ਨੂੰ ਨਸੀਬ ਨਹੀਂ ਹੋਈ। ਅਬ ਉਪਦੇਸ਼ ਆਪ ਦਿਓ ਐਸਾ, ਸ਼ਾਂਤ ਹੋਏ ਮਨ ਸਭ ਕੋ ਜੈਸਾ। ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੂੰ ਬੇਨਤੀ ਕਰਨ ਲੱਗੇ, ਕਹਿੰਦੇ ਤੁਸੀਂ ਪੂਰਨ ਸਾਧੂ ਜਾਪਦੇ ਹੋ, ਸਾਨੂੰ ਕੋਈ ਐਸਾ ਉਪਦੇਸ਼ ਦਿਓ ਤਾਂ ਜੋ ਸਾਡੇ ਮਨ ਸ਼ਾਂਤ ਹੋ ਸਕਣ। ਕਿਉਂਕਿ ਯੋਗ ਦਾ ਜਿਹੜਾ ਅਭਿਆਸ ਹੈ ਇਹ ਸਰੀਰ ਦਾ ਅਭਿਆਸ ਹੈ। ਯੋਗੀ ਜਿਹੜੇ ਹਨ ਉਹ ਸਰੀਰ ਦਾ ਕਠਿਨ ਅਭਿਆਸ ਕਰਦੇ ਨੇ, ਸਵਾਸ ਰੋਕਦੇ ਨੇ, ਸਵਾਸਾਂ ਦਾ ਅਭਿਆਸ ਹੁੰਦਾ ਹੈ, ਉਹਨਾਂ ਨੂੰ ਸਰੀਰ ਦੇ ਬਾਰੇ ਪਤਾ ਹੁੰਦਾ ਹੈ। ਪਰ ਜਿਹੜੀ ਖੇਡ ਸਾਰੀ ਹੈ ਇਹ ਮਨ ਦੀ ਹੈ। ਜੇ ਮਨ ਨਹੀਂ ਟਿਕਿਆ, ਮਨ ਸ਼ਾਂਤ ਨਹੀਂ ਹੈ, ਤੇ ਫਿਰ ਬਾਹਰਲੇ ਸਾਧਨ ਕਿਸੇ ਕੰਮ ਦੇ ਨਹੀਂ ਰਹਿੰਦੇ। ਇਹਨਾਂ ਨੇ ਬੇਨਤੀ ਕੀਤੀ ਜੀ ਕੋਈ ਐਸਾ ਉਪਦੇਸ਼ ਦਿਓ ਤਾਂ ਜੋ ਸਾਡੇ ਮਨ ਸ਼ਾਂਤ ਹੋ ਸਕਣ। ਸੁਣ ਕਰ ਤਿਨਕੇ ਬਚ ਜਗਤੇਸਾ, ਦੇਣ ਲੱਗੇ ਆਪਣੇ ਉਪਦੇਸਾ। ਜਗਤ ਦੇ ਮਾਲਕ ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੇ ਇਹਨਾਂ ਦੇ ਬਚਨ ਸੁਣੇ। ਇਹਨਾਂ ਦੇ ਬਚਨ ਸੁਣ ਕੇ ਸਤਿਗੁਰਾਂ ਨੇ ਫਿਰ ਇਹਨਾਂ ਨੂੰ ਮੱਤ ਦੇਣ ਵਾਸਤੇ ਉਪਦੇਸ਼ ਕੀਤਾ ਹੈ। ਸਤਨਾਮ ਸਿਮਰੋ ਲਿਵ ਲਾਈ, ਹਉਮੈ ਸਗਰੀ ਦੇਹੋ ਮਿਟਾਈ। ਹਜ਼ੂਰ ਨੇ ਕਿਹਾ ਤੁਸੀਂ ਭਾਈ ਸਤਨਾਮ ਦਾ ਜਾਪ ਲਿਵ ਜੋੜ ਕੇ ਕਰੋ, ਇਕਾਗਰਚਿਤ ਹੋ ਕੇ ਕਰਿਆ ਕਰੋ। ਜਦੋਂ ਤੁਸੀਂ ਸਤਨਾਮ ਦਾ ਸਿਮਰਨ ਕਰੋਗੇ ਤਾਂ ਤੁਹਾਡੀ ਹਉਮੈ ਮਤ ਜਿਹੜੀ ਹੈ, ਜਿਹਨੇ ਤੁਹਾਨੂੰ ਵਾਹਿਗੁਰੂ ਤੋਂ ਦੂਰ ਕੀਤਾ ਹੈ, ਉਹ ਤੁਹਾਡੀ ਖਤਮ ਹੋ ਜਾਏਗੀ। ਕਿਉਂਕਿ ਯੋਗ ਮਤ ਦੇ ਵਿੱਚ ਜਿੰਨੇ ਬਹੁਤ ਸਾਰੇ ਯੋਗੀ ਗੁਰੂ ਸਾਹਿਬ ਜੀ ਨੂੰ ਵੀ ਮਿਲੇ ਨੇ, ਉਹਨਾਂ ਵਿੱਚ ਇੱਕ ਗੱਲ ਜਿਹੜੀ ਸੀ ਉਹ ਕਾਮਨ ਸੀ ਕਿ ਉਹ ਹੰਕਾਰੀ ਬਹੁਤ ਸਨ। ਉਹਨਾਂ ਨੂੰ ਆਪਣੇ ਜੀਵਨ ਵਿੱਚ ਕਮਾਈ ਹੋਈ ਯੋਗ ਭਗਤੀ ਜਿਹੜੀ ਹੈ ਉਹਦਾ ਹੰਕਾਰ ਹੋ ਜਾਂਦਾ ਸੀ ਕਿ ਅਸੀਂ ਬੜਾ ਕੁਝ ਪ੍ਰਾਪਤ ਕਰ ਲਿਆ। ਕਠਿਨ ਅਭਿਆਸ ਕਰਦਿਆਂ ਕਰਦਿਆਂ ਉਹਨੂੰ ਲੱਗਦਾ ਸੀ ਕਿ ਜੋ ਅਸੀਂ ਕੀਤਾ ਆਮ ਮਨੁੱਖ ਕਰ ਨਹੀਂ ਸਕਦਾ। ਤੇ ਜਦੋਂ ਹਉਮੈ ਪੈਦਾ ਹੋ ਜਾਂਦੀ ਹੈ ਬੰਦੇ ਵਿੱਚ, ਤੇ ਹਉਮੈ ਤੇ ਪ੍ਰਮਾਤਮਾ ਜੀ ਦੇ ਨਾਮ ਦਾ ਆਪਸ ਵਿੱਚ ਵਿਰੋਧ ਹੈ, ਫਿਰ ਜੀਵਨ ਦੀ ਸ਼ਾਂਤੀ ਨਹੀਂ ਜੀਵਨ ਵਿੱਚ ਆਉਂਦੀ। ਤੇ ਸਤਿਗੁਰਾਂ ਨੇ ਕਿਹਾ ਭਾਈ ਚਿੱਤ ਇਕਾਗਰ ਕਰਕੇ ਸਤਨਾਮ ਦਾ ਸਿਮਰਨ ਕਰਿਆ ਕਰੋ ਤਾਂ ਜੋ ਤੁਹਾਡੀ ਹਉਮੈ ਖਤਮ ਹੋ ਸਕੇ। ਜਗਤ ਸਤ ਭਲੇ ਦ੍ਰਿੜ ਕੀਜੈ, ਸਤ ਆਤਮਾ ਏਕ ਜਣੀਜੈ। ਹਜ਼ੂਰ ਨੇ ਕਿਹਾ ਇਹ ਦ੍ਰਿੜ ਕਰ ਲਓ, ਪੱਕੀ ਗੱਲ ਇਹਨੂੰ ਮੰਨ ਲਓ, ਜੋ ਸੰਸਾਰ ਦਾ ਇਹ ਪਸਾਰਾ ਹੈ ਇਹ ਬਿਲਕੁਲ ਝੂਠ ਹੈ। ਆਤਮਾ ਜਿਹੜੀ ਹੈ
परमात्मा का अंश जिहड़ा साडे अंदर वसिया है, ये सब तो सच्चा है, ये कदे मिटदा नहीं। आसा व्यास जे करो सदीवा, होए शांत मन को सुख सीवा। हजूर ने कहा आत्मा का खुराक जिहड़ी है नाम है। शरीर तो कूड़ का पसारा है, जे शरीर नूं तुसीं अरोग रखण वास्ते बेअंत तरह के योग साधन करते हो, ये तो एक दिन विंस जाएगा। पर जिहड़ा आत्मा है, जिहड़ा मन है, जे उहनूं परमात्मा जी के नाम की खुराक देओगे तां मन शांत होना है, तां जीवन में शांति आवेगी, फिर तुसीं सदीवी सुख प्राप्त कर सकोगे। सुन कर नरन सबन मन माना, करन लगे ते विद सुख जाना। वो जिहड़े मनुख सन उन्हां दी गल समझ विच आ गई। जो गुरु साहब जी ने समझाया ਉਹਦੇ अनुसार ਚੱਲਣ लग ਪਏ, जिमें ਚੱਲਣ लगे जीवन में सुख आउण लग पिया है। तेह ਠਾਂ किते काल गुर राखे, बाहरों कीन गमन अवलाखे। इन्हां ने बेनतियां करके गुरु साहब जी नूं काफ़ी समा अपने पास रखिया ते गुरु साहब जी का उपदेश लैंदे रहे। गुरु की सिੱਖਿਆ इन्हां ने जीवन में धारण कर लई ते सतगुरु जी ने जदों वेख्या कि गुरमत इन्हां दे जीवन का आधार बन गई है, साहब जी फिर इन्हां तो विदा लैण वास्ते साहिबां ने वचन कीते। तिन ते विदा होए जग साई, कि पुरख खंड परवेसे जाई। इन्हां तो विदा लैके धन गुरु नानक साहब महाराज सच्चे पातशाह जी किम पुरख खंड दे विच प्रवेश कर गए ने। नगर समीप जाए के वैसे, तन उपकार धरियो धर ऐसे। रस्ते में जिहड़ा नगर आया है, उस नगर के बाहर धन गुरु नानक साहब महाराज सच्चे पातशाह जी जाके विराज गए। धर्म चंद तै हुतो निरपाला, संतन सेवा करत विसाला। इस नगर का जिहड़ा राजा है, उहदा नाम धर्मचंद है। वो रब दे प्यारियां दी, फकीरां दी, संतां दी बड़ी सेवा करने वाला पुरुष है, राजा है। आद प्रणाम कीन पद ताही, भाव विसाल जास मन माही। जदों राजे नूं पता लग्या कि कोई 3 साधु जिहड़े ने नगर तो बाहर आके विराजे हुए ने, ते राजा अपने सुभाव के मुताबक, सेवा वाले सुभाव के मुताबक सेवा करने वास्ते गुरु साहब जी के पास चल के आया। आके नमस्कार कीती ते मन विच इहदे बड़ा प्रेम है कि मैनू किसी रब दे प्यारे की सेवा का मौका मिले। कहन लग्यो मुझ सेव बतावो, कहो सो करो ना बिलम लगावो। आके बेनती की सतगुरां दे पास, हे साधु जी, हे महापुरखो, मैं कोई सेवा करनी चाहुंदा, किरपा करो मैनू सेवा का मौका दिओ। जो तुसी सेवा कहोगे मैं बिना देर तो आप जी की सेवा विच हाजिर होवांगा। सुनिए श्री अंगद तेह काला, मुझे बनायो शेर विसाला। उस वेले कवि जी कहते गुरु नानक साहब महाराज जी, क्योंकि गुरु साहब जी का सुभाव बड़ा निराला है, गुरु साहब जी के कोल एक उस वेले एक बहुत बड़ा शेर जिहड़ा सी नाल च लिया रहा सी, जिहड़ा जंगली जानवर शेर है, ये नाल जा रहा सी। ते गुरु साहब जी ने बचन किया, कहते करो सेव जे भूप उदारा, प्रथमे दीजै शेर आहारा। जिहड़ा शेर गुरु साहब जी के पास ही बैठा सी, सतगुरु जी ने राजे नूं वचन कर दिता, कहन लगे भाई असीं सुनिया तू सेवा बहुत करदा है, साडे कोलों भी तो सेवा बारे पुछना कीता है, ते जे साडी सेवा करनी चाहुंदा है तो आ जिहड़ा शेर बैठा है ये बड़ा भुखा है, पहले इहदा भोजन कराओ। आ मेखे अवरना खावत को, पछत राज पुत्र है जो। गुरु साहब ने क्योंकि बहाने नाल परखना सी कि सचमुच ही सेवा करता है रब दे प्यारियां दी जां दिखावा ही करता है। सतगुरु कहन लगे ये शेर का भोजन जिहड़ा है ये भाई राजे दे पुत्र का भोजन करता है, जे तू सेवा करनी है पहला इनू रजा। तिन परखण अस गुरु अलाया, सुन भूपत ने हृदा डुलाया। वो राजा बड़ा अंदरों सरदा वाला सी,
ਉਹਨੇ ਸੋਚਿਆ ਇਹ ਜਿਹੜੇ ਸਾਧੂ ਆਏ ਨੇ ਇਹਨਾਂ ਵਚਨ ਕਰ ਦਿੱਤਾ ਇਹ ਤਾਂ ਰਾਜੇ ਦੇ ਪੁੱਤਰ ਦਾ ਭੋਜਨ ਕਰਦਾ ਜਿਹੜਾ ਇਹਨਾਂ ਦੇ ਕੋਲ ਸ਼ੇਰ ਬੈਠਾ ਹੈ। ਪਰ ਉਹਦਾ ਹਿਰਦਾ ਨਹੀਂ ਡੋਲਿਆ। ਉਹਨੂੰ ਪਤਾ ਸੀ ਕਿ ਰੱਬ ਦੇ ਪਿਆਰਿਆਂ ਦੀ ਕੋਈ ਮੌਜ ਹੁੰਦੀ ਹੈ, ਸ਼ਾਇਦ ਮੈਨੂੰ ਪਰਖਦੇ ਹੀ ਹੋਣ। ਕਰਿਓ ਨਕੇਤ ਪੁੱਤਰ ਹੈ ਮੇਰਾ, ਆਇਸ ਦਿਓ ਆਨੋ ਬਿਨ ਦੇਰਾ। ਰਾਜਾ ਕਹਿਣ ਲੱਗਾ ਜੀ ਮੇਰੇ ਘਰ 'ਚ ਇੱਕੋ ਹੀ ਪੁੱਤਰ ਹੈ, ਜੇ ਆਗਿਆ ਹੋਵੇ ਮੈਂ ਜਾ ਕੇ ਆਪਣੇ ਪੁੱਤਰ ਨੂੰ ਲੈ ਆਵਾਂ। ਇਉਂ ਕਹਿ ਪੁੱਤਰ ਬੁਲਾਏ ਪਠਾਇਆ, ਤੇ ਸਥਾਨ ਚਿਤ ਸਿੰਸੋ ਆਇਆ। ਉਹਨੇ ਪਰਵਾਹ ਨਹੀਂ ਕੀਤੀ, ਆਪਣੇ ਪੁੱਤਰ ਨੂੰ ਬੁਲਾ ਲਿਆ ਤੇ ਉਹਦਾ ਪੁੱਤਰ ਵੀ ਤੁਰੰਤ ਚੱਲ ਕੇ ਆ ਗਿਆ। ਸੰਤ ਸੇਵ ਮੈਂ ਲੱਗੈ ਸਰੀਰਾ, ਅਸ ਵਿਚਾਰ ਕਰ ਬਾਂਦੀ ਧੀਰਾ। ਉਹਦੇ ਮਨ ਵਿੱਚ ਵੀ ਖਿਆਲ ਹੈ ਜੇ ਗੁਰੂ ਇਹਨਾਂ ਮਹਾਂਪੁਰਖਾਂ ਦੇ ਬਚਨਾਂ ਦੇ ਅਨੁਸਾਰ ਮੇਰੇ ਸਰੀਰ ਦੀ ਸੇਵਾ ਵੀ ਲੱਗ ਜਾਏ ਤਾਂ ਵੀ ਕੋਈ ਗੱਲ ਨਹੀਂ। ਠਾਂਡੋ ਕੀਨੋ ਸੇਰ ਅਗਾਰੇ, ਧਨ ਭੂਪ ਗੁਰ ਗਿਰਾ ਉਚਾਰੀ। ਉਹਨੇ ਲਿਜਾ ਕੇ ਉਹ ਜਿਹੜਾ ਆਪਣਾ ਪੁੱਤਰ ਜਿਹੜਾ ਹੈ ਉਸ ਸ਼ੇਰ ਦੇ ਸਾਹਮਣੇ ਖੜਾ ਕਰ ਦਿੱਤਾ। ਹੁਣ ਗੁਰੂ ਸਾਹਿਬ ਜੀ ਨੇ ਉਹਦਾ ਪੁੱਤਰ ਖਵਾਉਣਾ ਨਹੀਂ ਸੀ, ਉਹ ਤਾਂ ਸਿਰਫ ਵੇਖਣਾ ਸੀ ਕਿ ਸੇਵਾ ਮਨੋਂ ਕਰਦਾ ਹੈ ਜਾਂ ਦਿਖਾਵੇ ਮਾਤਰੀ ਕਰਦਾ ਹੈ। ਜਿਸ ਵੇਲੇ ਸਾਹਮਣੇ ਖਿਲਾਰਿਆ ਸ਼ੇਰ ਦੇ, ਗੁਰੂ ਸਾਹਿਬ ਜੀ ਕਹਿਣ ਲੱਗੇ ਧੰਨ ਭੂਪ, ਇਹ ਰਾਜਾ ਤੂੰ ਧੰਨ ਹੈ। ਸੰਤ ਸੇਵ ਮੈਂ ਤਮ ਮਨ ਰਾਤਾ, ਸਤ ਨਾਮ ਜਪ ਅਵ ਸੁਖ ਦਾਤਾ। ਇਹ ਰਾਜਨ ਤੂੰ ਧੰਨ ਹੈ ਜਿਹਦੇ ਮਨ ਵਿੱਚ ਇੰਨਾ ਪ੍ਰੇਮ ਹੈ ਸੇਵਾ ਦੇ ਪ੍ਰਤੀ। ਤੈਂ ਆਪਣੇ ਪੁੱਤਰ ਦੀ ਵੀ ਪਰਵਾਹ ਨਹੀਂ ਕੀਤੀ, ਤੇਰਾ ਮਨ ਨਹੀਂ ਡੋਲਿਆ, ਤੂੰ ਅੰਦਰੋਂ ਰੰਗਿਆ ਹੋਇਆ ਹੈ। ਤੇ ਸਾਹਿਬ ਕਹਿਣ ਲੱਗੇ ਤੂੰ ਸੇਵਾ ਤਾਂ ਭਾਈ ਬਹੁਤ ਕਰਦਾ ਹੈ, ਹੁਣ ਤੂੰ ਸਤਨਾਮ ਦਾ ਸਿਮਰਨ ਵੀ ਕਰਿਆ ਕਰ। ਸਤ ਸੰਗਤ ਮੈਂ ਪ੍ਰੀਤ ਤੁਮਾਰੇ, ਅੰਤ ਸਮੇਂ ਗਤ ਪਾਏ ਸੁਖਾਰੀ। ਸਤਿਗੁਰੂ ਕਹਿੰਦੇ ਨਾਲੋਂ ਨਾਲ ਸਿਮਰਨ ਕਰ ਭਾਈ ਸਤਨਾਮ ਦਾ। ਸਤ ਸੰਗਤ ਦੇ ਨਾਲ ਤੇਰੀ ਬੜੀ ਪ੍ਰੀਤ ਹੈ, ਇਸ ਕਰਕੇ ਤੂੰ ਜੀਵਨ ਮੁਕਤ ਹੋ ਜਾਏਗਾ, ਜਿਉਂਦਿਆਂ ਜੀ ਮੁਕਤ ਹੋ ਜਾਏਗਾ। ਕਿਤ ਕਦੇ ਸਤੈ ਰਹਿ ਜਗਤੇਸਾ, ਹਰ ਕੀਰਤ ਕੋ ਦਿਓ ਉਪਦੇਸਾ। ਜਗਤ ਦੇ ਮਾਲਕ ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਕਈ ਦਿਨ ਉਸ ਰਾਜੇ ਦੇ ਪਾਸ ਰਹੇ, ਉੱਥੇ ਸਤ ਸੰਗਤ ਹੋਈ, ਪਰਮਾਤਮਾ ਜੀ ਦਾ ਨਾਮ ਦਾ ਕੀਰਤਨ ਹੋਇਆ। ਅਰਬੀ ਉਪਦੇਸ਼ ਦੇ ਕੇ ਸਤਿਗੁਰਾਂ ਨੇ ਇੱਥੇ ਦੀ ਸੰਗਤ ਨੂੰ ਨਿਹਾਲ ਕੀਤਾ, ਸਾਰਿਆਂ ਨੂੰ ਗੁਰਸਿੱਖੀ ਮਾਰਗ ਨਾਲ ਜੋੜ ਦਿੱਤਾ ਹੈ। ਅਪਰਥਾਨ ਕੀ ਅਗਮ ਗੁਸਾਏ, ਹਰਖ ਵਰਖ ਖੰਡ ਹੋਤੋ ਜੇ ਥਾਈ। ਗੁਰੂ ਸਾਹਿਬ ਜੀ ਇੱਥੋਂ ਫਿਰ ਵਿਦਾ ਲੈ ਕੇ ਅਗਲੇ ਸਫ਼ਰ ਤੇ ਚੱਲ ਪਏ। ਅਗਲਾ ਜਿਹੜਾ ਇਲਾਕਾ ਹੈ ਹਰ ਵਰਖ ਖੰਡ ਜੀ ਦਾ ਨਾਮ ਹੈ। ਸਾਹਿਬ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਹਰ ਵਰਖ ਖੰਡ ਵਿੱਚ ਜਾ ਪਹੁੰਚੇ ਨੇ। ਨਿਕਟ ਨਗਰ ਕੇ ਬੈਠ ਜਬਹੀ, ਤੈ ਕੋ ਪੂਪ ਤੇ ਆਇਓ ਤਬਹੀ। ਨਗਰ ਤੋਂ ਬਾਹਰ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਵਿਰਾਜ ਗਏ। ਉੱਥੋਂ ਦੇ ਰਾਜੇ ਨੂੰ ਪਤਾ ਲੱਗਿਆ ਕਿ ਕੋਈ ਸਾਧੂ ਚੱਲ ਕੇ ਆਏ ਨੇ। ਇੱਥੋਂ ਦਾ ਰਾਜਾ ਵੀ, ਹਰ ਵਰਖ ਖੰਡ ਦਾ ਰਾਜਾ ਵੀ ਗੁਰੂ ਸਾਹਿਬ ਦੇ ਦਰਸ਼ਨਾਂ ਵਾਸਤੇ ਆਇਆ। ਹਾਥ ਬੰਦ ਬੋ ਬੇਨਤੀ ਕਰ ਕੈ, ਰਹਿਓ ਚਰਨ ਪਰ ਨਿਜ ਸਿਰ ਧਰ ਕੈ। ਆ ਕੇ ਹੱਥ ਜੋੜ ਕੇ ਗੁਰੂ ਸਾਹਿਬ ਦੇ ਚਰਨਾਂ 'ਚ ਨਮਸਕਾਰ ਕੀਤੇ, ਮੱਥਾ ਟੇਕਿਆ, ਪ੍ਰੇਮ ਸਹਿ ਸਤਿਗੁਰਾਂ ਦੇ ਪਾਸ ਬੈਠ ਗਿਆ। ਹਵੈ ਦੀਨ ਜਬ ਰਹਿਓ ਅਗਾਰੇ, ਤਵਿਓ ਸ੍ਰੀ ਗੁਰ ਗਿਰਾ ਉਚਾਰੀ। ਸਤਿਗੁਰਾਂ ਦੇ ਚਰਨਾਂ 'ਚ ਬੈਠਾ ਰਿਹਾ, ਮਨ ਵਿੱਚ ਅੰਦਰੋਂ ਤਾਂ ਕੁਝ ਬੋਲ ਰਿਹਾ ਹੈ ਪਰ ਮੁਖ ਤੋਂ ਕੁਝ ਬਚਨ ਨਹੀਂ ਕਰ ਰਿਹਾ। ਜੋਏ ਪਦਾਰਥ ਮਾਨਿਆ ਬਲਾਖੋ, ਸੋ ਲੀਜੈ ਨਿਜ ਮੁਖ ਤੇ ਭਾਖੋ। ਸਤਿਗੁਰਾਂ ਨੇ ਵਚਨ ਕੀਤਾ, ਹੇ ਰਾਜਨ, ਜੇ ਕੋਈ ਅਵਿਲਾਖਾ ਲੈ ਕੇ ਆਈਏ, ਕੋਈ ਇੱਛਾ ਲੈ ਕੇ ਆਈਏ, ਉਹ ਦੱਸ ਦੇਣੀ ਚਾਹੀਦੀ ਹੈ। ਹੇ ਰਾਜਨ ਦੱਸੋ ਕੀ ਇੱਛਾ ਹੈ, ਕੀ ਮੰਗਣ ਵਾਸਤੇ ਆਏ ਹੋ? ਜੋ ਤੁਸੀਂ ਮੰਗਣ ਵਾਸਤੇ ਆਏ ਹੋ ਆਪਣੇ ਮੁਖ ਤੋਂ ਕਹਿਣਾ ਕਰੋ। ਸਤਿਗੁਰ ਕੀ ਸਿੱਖੀ ਔਰ ਧਾਰੋ, ਜਨਮ ਮਰਨ ਕੇ ਬੰਧ ਨਿਵਾਰੋ। ਗੁਰਸਿੱਖੀ ਦੇ ਮਾਰਗ ਤੇ ਤੁਰਨਾ ਕਰੋ, ਗੁਰਸਿੱਖੀ ਨੂੰ ਧਾਰਨ ਕਰੋ ਤਾਂ ਜੋ ਤੁਹਾਡੇ ਜਨਮ ਮਰਨ ਦੇ ਬੰਧਨ ਕੱਟੇ ਜਾਣ। ਸੁਣ ਬਾਨੇ ਆਪਣੇ ਅਲਕੂਲਾ, ਕਹੇ ਪੂਪ ਤੁਮ ਮੰਗਲ ਮੂਲਾ। ਉਸ ਰਾਜੇ ਨੇ ਜਦੋਂ ਬਚਨ ਸੁਣੇ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੇ, ਤਾਂ ਪ੍ਰੇਮ ਨਾਲ ਕਹਿਣ ਲੱਗਾ, ਜੀ ਤੁਸੀਂ ਸੱਚਮੁੱਚ ਹੀ ਉਸਤਤ ਦੇ ਯੋਗ ਹੋ,
ਤੁਸੀਂ ਮੇਰੇ ਹਿਰਦੇ ਦੀ ਗੱਲ ਨੂੰ ਜਾਣ ਲਿਆ, क्योंकि मैं कुछ कहना चाहुंदा सां, कुछ मंगना चाहुंदा, पर मन विच संकोच आ गया सी कि मंगा कि ना मंगा। सुनो संत जी सब सुखदाई, ते संतत बहु कीए उपाय। हे संत जीओ, धन गुरु नानक साहब नूं बेनती करदा है राजा, हे संत जीओ, तुहाडी किरपा है, वाहिगुरू परमात्मा की बड़ी किरपा है, बड़ा कुछ है परमात्मा का दिता होया, राज भाग है, धन दौलत सब कुछ है, पर मेरे घर विच संतान कोई नहीं, बच्चा कोई नहीं। किस प्रकार अविलाख न पूरे, कर उपचार रही उन पूरे। मैं बड़े यतन कीते हन, किसी भी तरीके मेरी अविलाखा नहीं पूरी हुई। मैं बई बहुत सारे साधुओं के भी दर्शन किए, वचन भी सुने ने, पर मेरी कामना पूरी नहीं हुई। जे अब तुम संतत देव मोए, लियो रावर उपदेश जो होही। कहन लगा जी, जे तुसीं किरपा कर दिओ, मैं आप जी का उपदेश भी कमावांगा, तुहाडे मुताबक भी चलांगा। जे तुसीं रहमत कर दिओ, मैनूं संतान की बख्शिश कर देवो, मेरे घर विच कोई बालक हो जावे, तो मैं आप जी के अनुसार ही होके चलांगा, आप जी के बचना अनुसार चलना करांगा। ऐसे बिनती सुन जगन्नाथा, दए लोग देता कै हाथा। सतगुरु गुरु नानक साहब महाराज जी मेहरां दे घर विच आए, सतगुरां ने किरपा कीती, प्रसाद दिता ते बचन कीता। कहण लगे, कलैची देओ दे पाने, कहो देओ रानी को खाने। गुरु साहब जी ने प्रसाद दिता, कहण लगे, आ प्रसाद रानी नूं दिओ। हवे है संतत सदन तुम्हारे, सतनाम जप संज सकारे। सतगुरु कहते तुहाडी इच्छा पूरी हो जाएगी, जो इच्छा लैके आए हो, पर तुसीं सुबह शाम जदों भी तुहाडा समा है, सतसंगत का जिहड़ा समा है, सतसंगत के समय सतसंगत विच जुड़ के सतनाम का जाप करो। सतसंगत मैं कीरत सुनिए, विसे वासना मन ते हनिए। विसे विकारां नूं मन विचों त्याग के सतसंगत विच चित जोड़ो, परमात्मा की कीर्ति सुनो, परमात्मा जी का जस सुनो, ते हमेशा ही वाहिगुरू परमात्मा के गुण गाउने करो। ये वचन करके सतगुरां ने राजे नूं धरवास दे दिता है। कितक दिवस तह राखियो डेरा, सिखी मग प्रगटाए कनेरा। राजे ने 7 वचन कह के गुरु साहब जी के वचन मन लै। कई दिन सतगुरु जी इत्थे रुके, इत्थे रोक के गुरसिੱਖੀ के मार्ग नूं सतगुरां ने प्रगट किया, राजे नूं गुरसिੱਖੀ का मार्ग दृढ़ कराया है। तिन ते हवे कर विदा बहोरंग, गेरे कुरखंड हुतुम ते ठोरंग। इत्थों फिर सतगुरु जी अगले सफर ते चल पे। गुरु नानक साहब महाराज जी हुण उस इलाके में आ गए ने जिन्हों कुरखंड कहा जाता है। जैसा तिन लोकन व्यवहारं, सुन श्री अंगद परम उदारं। भाई वाला जी दूसरे पातशाह गुरु अंगद साहब महाराज जी नूं साखी सुना रहे हैं। कहते गुरु अंगद साहब महाराज जी हुण जिहड़ा पुरखंड विच जदों असीं आए गुरु साहब दे नाल, उत्थों दी जिहड़ी गाथा है सुननी करो। जे छिन कै सो तो पजाए, रोबत सदन करे तह आई। कहंदे इस पुरखंड दे विच जिहड़े लोक वसदे ने, उन्हां दा जीवन दा जिउण दा ढंग इस तरह दा सी कि जदों किसी दे घर विच बच्चे दा जन्म होना, पुत्तर दा जन्म हुंदा है, तो इस इलाके के लोग जिहड़े सन वो बहुत रोंदे सन। जदों बच्चे का जन्म होना तो इत्थों के लोगों ने रोना धोना आरंभ कर देना, सारे परिवार ने रोना। जब को मंज मृतक हवै जावै, हास विलास करत मन भावै। हुण क्योंकि आम तौर पर संसार में आपां वेखदे हां, जदों धीआं पुत्रां दा जन्म हुंदा है, घर विच बच्चे का जन्म होवे ते खुशी मनाई जाती है, सारा परिवार हसदा है। परंतु कहते ये जिहड़े इलाके विच गुरु साहब जी पहुंचे ने, इत्थे जदों कोई जन्मदा है तो सारा ही परिवार रोंदा है, पर जदों किसी मनुख की मृतक हो जाती है, मर्जी मौत हो जाती है, तो ये सारे लोग बड़ा हसदे ने, हास विलास करते हैं, बड़े आपस विच
तहाँ नगर के जाए समीपा, बैठ गए बेदी कुलदीपा। गुरु नानक साहब महाराज जी इस नगर के नेड़े आ बैठे। मरदाना सुन के तिन गाथा, बूझन लगा प्रभु के साथा। भाई मरदाना जी ने जदों इत्थों के लोगों की जीवन जिहड़ी शैली है, जिउण का ढंग है, वखरी तरह का जीवन वेखिया, तो भाई मरदाना जी गुरु नानक साहब महाराज जी नूं पुछण लग्या, बड़े कौतकी नारे हेठाई, दवे बाते विपरीत कराई। भाई मरदाना जी कहंदे सतगुरु जी, आ लोग बड़ी वखरी तरह के ने, बड़े कौतकी ने। दोवें गल्लां जिहड़ियां ने आम संसारी लोगों तो बिल्कुल उल्टियां करते हैं, क्योंकि संसार विच जदों जन्म हुंदा है, बच्चा तो रोंदा है उस वेले, पर परिवार हसदा है। पर जदों प्राणी मरदा है उस वेले सारे परिवार के साक संबंधी रोंदे ने। पर सतगुरु जी ये तो दोवें गल्लां बिल्कुल उल्टियां करते हैं। श्री गुर कह सुनो मरदाना, इनकै हृदय अध का ज्ञाना। धन गुरु नानक साहब महाराज जी कहने लगे, भाई मरदाना जी, इन्हां लोकां दे विच अज्ञानता बहुत है, इन्हां नूं सच दा ज्ञान नहीं, इस करके ये आम संसारी लोगों तो बिल्कुल वखरे चलते ने। वाहिगुरु जब जगत पठावे, तवे रुदन करत दुख पावे। साहब कहन लगे, जदों परमात्मा किसी जीव नूं संसार विच भेजदा है तां ये रोंदे ने ते बड़े दुखी हुंदे ने। हुक्म करत जब बोल पठावे, तब मिलकर उर मैं हर खावे। जदों परमात्मा जी किसी नूं सद्दा दे के वापस बुला लैंदे ने, किसी प्राणी की मौत हो जाती है, खुशियां मनाउण लग पैंदे ने। अज्ञान सह तिन को व्यवहार, सुनिए ज्ञानी केरे आचार। सतगुरु कहते इन्हां दा व्यवहार जिहड़ा है ये बिल्कुल अज्ञानता दे नाल भरिया होया है। ये ज्ञानवान मनुखां दी गल नहीं सुनते। भेजे ते उर मैं रखावै, बोल पटे ते मन सुख पावै। कहते जदों परमात्मा जी संसार ते किसी नूं भेजदे ने, उदों दुखी होई जांदे ने, वापस बुलाउण ते खुश हुंदे ने। सिमरै करत दो विद नाही, हुकम मान मन मत ना कराई। सतगुरु कहते ना तो जदों बच्चे का जन्म हुंदा है उदों ये सिमरन करते हैं, उदों भी नहीं याद करते, उदों हसन लग उदों रोण लग पैंदे ने। जदों कोई प्राणी चलाना कर जाता है उदों भी नहीं सिमरन करते, उदों हसन लग पैंदे ने। सतगुरु कहते मनमुत करते हैं, बिल्कुल ही परमात्मा तो बेमुख होए लोग ने। इस प्रकार मर्दाने साथा, भंत होते ते छिन जगन्नाथा। गुरु नानक साहब महाराज सच्चे पातशाह जी भाई मरदाना जी नाल बैठिया इंज गल्लां कर रहे हैं, आपस विच विचार कर रहे हैं। इन्ने चिर नूं बाहर लोक मिल कर तवे आए, बैठे पास आन मिल थाए। काफ़ी सारे लोगों ने जदों वेख्या कोई बाहरों कोई साधु चल के आए ते काफ़ी सारे लोग मिल के गुरु नानक साहब महाराज जी के पास आके बैठ गए। 300 बूझत पा मरदाना, करो अपन बरतंत वखाना। भाई मरदाना जी ने पुछना किया, जिहड़े वो आए ने लोग उन्होंने पुछदे ने, कहंदे तुसीं अपनी सारी कहानी सानूं दसो, तुसीं ये किवें दा जीवन जी रहे हो। मरत हस्त जन्मे ते रोए, जाना तुम्हें ज्ञान है कोए। तुसीं किसी दे मरण ते हसदे हो ते जदों किसी दा जन्म हुंदा है उदों रोंदे हो। ये किहो जिहा ज्ञान है तुहाडा, इहदे बारे सानूं दसना करो। बोले तिन मैं हुते जो सियाणे, इस विद ज्ञान दे हम जाने। हुण जिहड़े उन्हां विचों लोकां विचों सियाणे जे मनुख सी, वो कहण लगे जी सानूं ये ज्ञान होया है, इन्ना को सानूं मत मिली है। ईश्वर ते बिछड़े जब जन्मै, मरे मिलत ईश्वर के तन में। कहते सानू इन्ना को पता है कि जदों कोई जीव जन्म लैंदा है, इहदा मतलब है परमात्मा तो विछड़ के संसार ते आउंदा है।
ਤੇ ਜਦੋਂ ਸੰਸਾਰ ਤੇ ਪ੍ਰਮਾਤਮਾ ਤੋਂ ਵਿਛੜ ਕੇ ਆਉਂਦਾ ਹੈ, ਉਹਨੂੰ ਅਸੀਂ ਸਮਝਦੇ ਹਾਂ ਇਹ ਦੁਖੀ ਹੈ। ਕਹਿੰਦੇ ਜਦੋਂ ਕੋਈ ਪ੍ਰਾਣੀ ਮਰਦਾ ਹੈ ਤੇ ਅਸੀਂ ਇਹ ਜਾਣਦੇ ਹਾਂ ਕਿ ਇਹ ਪ੍ਰਮਾਤਮਾ ਵਿੱਚ ਦੁਬਾਰਾ ਜਾ ਕੇ ਮਿਲ ਗਿਆ ਹੈ। ਜਨਮੇ ਤੇ ਜਗ ਪਾਵੈ ਦੁਖ ਕੋ, ਮਰੈ ਮਿਲੈ ਈਸਰੋ ਲੈ ਸੁਖ ਕੋ। ਕਹਿੰਦੇ ਜਨਮ ਲੈ ਕੇ ਜੀਵ ਸੰਸਾਰ ਵਿੱਚ ਦੁੱਖ ਪਾਉਂਦਾ ਹੈ ਤੇ ਮਰ ਕੇ ਪ੍ਰਮਾਤਮਾ ਨਾਲ ਮਿਲ ਜਾਂਦਾ ਹੈ ਤੇ ਸੁਖ ਪ੍ਰਾਪਤ ਕਰਦਾ ਹੈ। ਰੋਵੈ ਹਸੈ ਹੀ ਗਤ ਜਾਣੈ, ਸੁਣ ਸ੍ਰੀ ਨਾਨਕ ਬੈਣ ਵਖਾਨੈ। ਕਹਿਣ ਲੱਗੇ ਜੀ ਇਸੇ ਕਰਕੇ ਜਦੋਂ ਕਿਸੇ ਦਾ ਜਨਮ ਹੁੰਦਾ ਸਾਨੂੰ ਲੱਗਦਾ ਹੈ, ਸਾਨੂੰ ਇੰਨਾ ਕੁ ਗਿਆਨ ਹੈ ਕਿ ਇਹ ਪ੍ਰਮਾਤਮਾ ਤੋਂ ਵਿਛੜ ਕੇ ਆਇਆ ਹੈ, ਇਹ ਦੁਖੀ ਹੈ ਤੇ ਅਸੀਂ ਵੀ ਦੁਖੀ ਹੋ ਕੇ ਰੋਂਦੇ ਹਾਂ। ਜਦੋਂ ਕੋਈ ਪ੍ਰਾਣੀ ਮਰਦਾ ਹੈ ਤੇ ਸਾਨੂੰ ਇਹ ਲੱਗਦਾ ਹੈ ਕਿ ਹੁਣ ਇਹ ਰੱਬ ਵਿੱਚ ਫੇਰ ਜਾ ਮਿਲਿਆ ਹੈ, ਉਹ ਖੁਸ਼ ਹੈ ਤੇ ਅਸੀਂ ਵੀ ਖੁਸ਼ ਹੋ ਕੇ ਹੱਸਦੇ ਹਾਂ। ਕਹਿੰਦੇ ਸਾਨੂੰ ਇੰਨੀ ਕੁ ਗੱਲ ਦੀ ਸਮਝ ਹੈ। ਇਹਨਾਂ ਦੀ ਗੱਲ ਸੁਣ ਕੇ ਸਾਹਿਬ ਗੁਰੂ ਨਾਨਕ ਸਾਹਿਬ ਮਹਾਰਾਜ ਜੀਆਂ ਨੇ ਫਿਰ ਬਚਨ ਕੀਤਾ ਦੋਹਰਾ। परमेश्वर को मिलन जो महाविक्रम पहचान, बिन सतसंगत भगत ते जानो पावन मान। गुरु नानक साहब महाराज जी कहते प्यारिओ, तुहाडे कोले की पहचान है, तुहानू किवें पता लगदा है कि मरन वाला हरेक प्राणी रब नाल मिल गया? ये तां किसे नू पता ही नहीं। ਤੁਸੀਂ ਕਿਹੜੀ ਗੱਲ ਤੋਂ ਪਹਿਚਾਨ ਲੈਂਦੇ ਹੋ ਕਿ ਜਿਹੜਾ ਪ੍ਰਾਣੀ ਮਰਿਆ ਉਹ ਰੱਬ ਨਾਲ ਮਿਲ ਗਿਆ ਹੋਏਗਾ? ਇਹ ਤਾਂ ਪਹਿਚਾਨ ਕਰਨੀ ਬੜੀ ਮੁਸ਼ਕਲ ਹੈ। ਤੇ ਸਾਹਿਬ ਕਹਿੰਦੇ ਸਤ ਸੰਗਤ ਤੋਂ ਬਿਨਾਂ ਤੇ ਪ੍ਰਮਾਤਮਾ ਦੀ ਬੰਦਗੀ ਤੋਂ ਬਿਨਾਂ, ਭਗਤੀ ਤੋਂ ਬਿਨਾਂ ਪ੍ਰਮਾਤਮਾ ਦੇ ਚਰਨਾਂ ਵਿੱਚ ਮਿਲਣ ਦਾ ਦੂਸਰਾ ਕੋਈ ਸਾਧਨ ਨਹੀਂ। ਤੁਸੀਂ ਇਸ ਕਰਕੇ ਖੁਸ਼ ਹੁੰਦੇ ਹੋ ਕਿ ਪ੍ਰਾਣੀ ਮਰ ਗਿਆ ਜੀ, ਰੱਬ ਦੇ ਚਰਨਾਂ 'ਚ ਮਿਲ ਗਿਆ। ਸਤਿਗੁਰੂ ਕਹਿੰਦੇ ਇਹ ਕੋਈ ਨਿਸ਼ਾਨੀ ਨਹੀਂ ਕਿ ਮਰ ਕੇ ਕੋਈ ਪ੍ਰਾਣੀ ਪੂਰਾ ਹੋ ਜਾਏ। ਵੈਸੇ ਅਸੀਂ ਸ਼ਬਦ ਜਿਹੜੀ ਆਮ ਸਾਡੀ ਸਮਾਜਿਕ ਬੋਲਚਾਲ ਹੈ, ਸਮਾਜਿਕ ਬੋਲਚਾਲ ਦੇ ਵਿੱਚ ਆਮ ਗੱਲਾਂ ਬਾਤਾਂ ਵਿੱਚ ਵੀ ਆਪਾਂ ਇਹ ਗੱਲ ਕਹਿੰਦੇ ਹਾਂ ਜਦੋਂ ਕੋਈ ਪ੍ਰਾਣੀ ਚਲਾਣਾ ਕਰ ਜਾਂਦਾ ਹੈ, ਇਹ ਸ਼ਬਦ ਅਸੀਂ ਕਹਿੰਦੇ ਹਾਂ ਜੀ ਇਹ ਪ੍ਰਾਣੀ ਪੂਰਾ ਹੋ ਗਿਆ। ਅਸੀਂ ਕਹਿੰਦੇ ਹਾਂ ਜੀ ਪੂਰਾ ਹੋ ਗਿਆ। ਜਾਂ ਜਦੋਂ ਕੋਈ ਪ੍ਰਾਣੀ ਚਲਾ ਜਾਵੇ ਉਹਨੂੰ ਕਿਹਾ ਜਾਂਦਾ ਜੀ ਉਹ ਸਵਰਗਵਾਸੀ ਹੋ ਗਿਆ। ਇਹ ਸ਼ਬਦ ਜਿਹੜੇ ਨੇ ਪੂਰਾ ਹੋਣਾ ਜਾਂ ਸਵਰਗਵਾਸੀ ਹੋਣਾ, ਇਹ ਸਾਡੇ ਜੀਵਨ ਨੂੰ ਸਿਰਫ ਹੌਸਲਾ ਦੇਣ ਵਾਲੇ ਸ਼ਬਦ ਨੇ। ਕਿਉਂਕਿ ਪ੍ਰਾਣੀ ਪੂਰਾ ਤਾਂ ਹੁੰਦਾ ਹੈ ਜੇ ਪ੍ਰਮਾਤਮਾ ਪੂਰੇ ਨਾਲ ਮਿਲ ਜਾਏ। ਸਰੀਰ ਦੇ ਸਵਾਸ ਜ਼ਰੂਰ ਪੂਰੇ ਹੋ ਜਾਂਦੇ ਨੇ, ਉਮਰ ਪੂਰੀ ਹੋ ਜਾਂਦੀ ਹੈ, ਪਰ ਸਫ਼ਰ ਨਹੀਂ ਪੂਰਾ ਹੁੰਦਾ। ਸਫ਼ਰ ਤਾਂ ਪੂਰਾ ਮਨੁੱਖ ਉਸ ਦਿਨ ਹੋਣਾ ਹੈ ਜਿਸ ਦਿਨ ਪ੍ਰਮਾਤਮਾ ਨਾਲ ਮਿਲ ਜਾਏ। ਤੇ ਅਸੀਂ ਸਵਰਗਵਾਸੀ ਸ਼ਬਦ ਵਰਤਦੇ ਹਾਂ ਹਰੇਕ ਵਾਸਤੇ ਜਿਹੜਾ ਵੀ ਪ੍ਰਾਣੀ ਚਲਾ ਜਾਏ, ਪਰ ਸਾਨੂੰ ਪਤਾ ਕੋਈ ਨਹੀਂ ਪ੍ਰਾਣੀ ਗਿਆ ਕਿੱਥੇ ਹੈ, ਉਹਦੇ ਕਰਮ ਕਿਸ ਤਰ੍ਹਾਂ ਦੇ ਸਨ। ਇਹ ਬਸ ਸਾਡੇ ਸਤਿਕਾਰਤ ਸ਼ਬਦ ਨੇ ਜਿਹੜੇ ਅਸੀਂ ਉਹਨਾਂ ਗਏ ਹੋਏ ਲੋਕਾਂ ਵਾਸਤੇ ਵਰਤ ਲੈਂਦੇ ਹਾਂ, ਪਰ ਸਾਨੂੰ ਪਤਾ ਕੋਈ ਨਹੀਂ ਕੌਣ ਪੂਰਾ ਹੋਇਆ ਤੇ ਕੌਣ ਅਧੂਰਾ ਹੈ, ਕਿਹਦਾ ਸਫ਼ਰ ਪੂਰਾ ਹੋ ਗਿਆ, ਕਿਹਦਾ ਅਧੂਰਾ ਰਹਿ ਗਿਆ। ਉਸੇ ਤਰ੍ਹਾਂ ਗੁਰੂ ਸਾਹਿਬ ਜੀ ਨੇ ਇਹਨਾਂ ਨੂੰ ਕਿਹਾ, ਕਹਿਣ ਲੱਗੇ ਪਿਆਰਿਓ ਇਹਦੀ ਪਹਿਚਾਣ ਕਿਵੇਂ ਕਰ ਲਈ ਤੁਸੀਂ? ਇਹ ਤਾਂ ਬੜਾ ਮੁਸ਼ਕਲ ਕਾਰਜ ਹੈ। ਕਿਉਂਕਿ ਭਗਤੀ ਤੇ ਸਤ ਸੰਗਤ ਤੋਂ ਬਿਨਾਂ ਕੋਈ ਮਨੁੱਖ ਪ੍ਰਮਾਤਮਾ ਦੇ ਚਰਨਾਂ ਵਿੱਚ ਨਹੀਂ ਟਿਕਦਾ। ਚੌਪਈ ਪ੍ਰੇਮ ਭਗਤ ਕਰ ਕੀਰਤ ਗਾਵਣ, ਅਜਪਾ ਜਾਪ ਨਾਮ ਲਿਵ ਲਾਵਣ। ਸਤਿਗੁਰੂ ਕਹਿੰਦੇ ਪ੍ਰਮਾਤਮਾ ਨਾਲ ਮਿਲਣ ਵਾਸਤੇ ਪ੍ਰੇਮਾ ਭਗਤੀ ਕਰਨੀ ਪੈਂਦੀ ਹੈ, ਪ੍ਰਮਾਤਮਾ ਜੀ ਦੀ ਕੀਰਤੀ ਗਾਉਣੀ ਪੈਂਦੀ ਹੈ, ਨਾਮ ਦੇ ਨਾਲ ਚਿੱਤ ਨੂੰ ਜੋੜਨਾ ਪੈਂਦਾ ਹੈ। ਵਿਚਰਨ ਮਿਲਣੇ ਅਪਰ ਕੋ ਨਾਹੀ, ਸਰਬ ਬਾਤ ਇਸ ਮਨ ਕੇ ਮਾਹੀ। ਸਤਿਗੁਰੂ ਕਹਿੰਦੇ ਇੰਜ ਗੱਲਾਂ ਨਾਲ ਨਾ ਕੋਈ ਮਿਲਦਾ ਹੈ ਤੇ ਨਾ ਕੋਈ ਵਿਛੜਦਾ ਹੈ। ਇਹ ਤਾਂ ਸਾਰੀਆਂ ਗੱਲਾਂ ਸਰੀਰ ਦੀਆਂ ਨੇ। ਜਬ ਸਤ ਸੰਗਤ ਭਇਓ ਨਿਵਾਸਾ, ਮਨ ਰੋਕਣ ਕੀਨੋ ਅਵਿਆਸਾ। ਜਦੋਂ ਕਹਿੰਦੇ ਕੋਈ ਪ੍ਰਾਣੀ ਸਤ ਸੰਗਤ ਵਿੱਚ ਚਿੱਤ ਜੋੜਦਾ ਹੈ, ਆਪਣੇ ਮਨ ਨੂੰ ਬੁਰਾਈਆਂ ਵਾਲੇ ਪਾਸਿਓਂ ਰੋਕਦਾ ਹੈ, ਨਾਸ ਵਾਸਨਾ ਤਬ ਹੀ ਭਈ, ਦਵੈਂਤ ਸਰਬ ਉਰਤੇ ਮਿਟ ਗਈ। ਜਦੋਂ ਪਰਮਾਤਮਾ ਜੀ ਦੇ ਨਾਮ ਵਿੱਚ ਸਤ ਸੰਗਤ ਦੇ ਰਾਹੀ ਬੰਦੇ ਦਾ ਚਿੱਤ ਜੁੜ ਜਾਂਦਾ ਹੈ ਤਾਂ ਸਾਰੀਆਂ ਮਾੜੀਆਂ ਵਾਸਨਾਵਾਂ ਦਾ ਨਾਸ ਹੋ ਜਾਂਦਾ ਹੈ ਤੇ ਹਿਰਦੇ ਵਿੱਚੋਂ ਦੋਖ ਨਾਸ ਹੋ ਜਾਂਦੇ ਨੇ। ਪੂਰਨ ਲਖਿਓ ਪ੍ਰਾਤਮ ਸਾਰੇ, ਮਿਥਿਆ ਸਰਬ ਪ੍ਰਪੰਚ ਪਸਾਰੇ।
ਜਿਨ੍ਹਾਂ ਨੂੰ ਸਤ ਸੰਗਤ ਵਿੱਚ ਆਨੰਦ ਆਉਣ ਲੱਗ ਪੈਂਦਾ ਹੈ, ਗੁਰੂ ਕੀ ਸੰਗਤ ਵਿੱਚ ਬੈਠਣ ਦਾ ਮਨ ਵਿੱਚ ਚਾਅ ਪੈਦਾ ਹੋ ਜਾਂਦਾ ਹੈ, ਉਹਨਾਂ ਨੂੰ ਫਿਰ ਹਰ ਜਗ੍ਹਾ ਤੇ ਵਾਹਿਗੁਰੂ ਪ੍ਰਮਾਤਮਾ ਜੀ ਦੀ ਜੋਤ ਦਿਖਣ ਲੱਗ ਪੈਂਦੀ। ਉਹ ਸੰਸਾਰ ਦੀ ਅਸਲੀਅਤ ਨੂੰ ਸਮਝ ਜਾਂਦੇ ਨੇ। ਜਵੈ ਆਤਮਾ ਅਸਪ੍ਰਮ ਭੰਨਾ, ਭਾਪਰ ਆਤਮਾ ਸੁਧ ਚਿਤੰਨਾ। ਸਾਹਿਬ ਗੁਰੂ ਨਾਨਕ ਸਾਹਿਬ ਮਹਾਰਾਜ ਕਹਿੰਦੇ, ਜਦੋਂ ਆਤਮਾ ਦੇ ਸਾਰੇ ਭਰਮ ਟੁੱਟ ਜਾਂਦੇ ਨੇ ਤਾਂ ਫਿਰ ਪ੍ਰਮਾਤਮਾ ਤੇ ਆਤਮਾ ਦਾ ਮੇਲ ਹੋ ਜਾਂਦਾ ਹੈ। ਜਵੈ ਅਨਾਤਮਾ ਦੇ ਪਛਾਨੀ, ਗੇ ਸੰਕਲਪ ਵਿਕਲਪ ਮਹਾਨੀ। ਜਿਸ ਵੇਲੇ ਬੰਦੇ ਨੂੰ ਆਪਣੇ ਆਪ ਦੀ ਪਹਿਚਾਣ ਹੋ ਜਾਵੇ ਤਾਂ ਜਿੰਨੇ ਸੰਕਲਪ ਤੇ ਵਿਕਲਪ ਨੇ ਸਾਡੇ ਜੀਵਨ ਵਿੱਚ, ਜੋ ਵਿਚਾਰਾਂ ਪੈਦਾ ਹੁੰਦੀਆਂ ਨੇ, ਸੰਕਲਪ ਹੁੰਦੇ ਨੇ, ਵਿਕਲਪ ਹੁੰਦੇ ਨੇ, ਇਹ ਸਾਰਿਆਂ ਦਾ ਨਾਸ ਹੋ ਜਾਂਦਾ ਹੈ। ਤੋ ਮਿਲ ਹੋਈ ਸਬਰ ਕੋ ਹੋਏ, ਨਾਤਰ ਵਿਚ ਰਹੇ ਸਭ ਕੋਏ। ਸਤਿਗੁਰੂ ਕਹਿੰਦੇ, ਜਦੋਂ ਆਤਮਾ ਇੰਜ ਸੁੱਧ ਹੋ ਜਾਵੇ, ਪ੍ਰਮਾਤਮਾ ਜੀ ਦੇ ਨਾਮ ਰੰਗ ਵਿੱਚ ਰੰਗੀ ਜਾਵੇ ਭਾਈ, ਤਾਂ ਪ੍ਰਮਾਤਮਾ ਨਾਲ ਮਿਲਾਪ ਹੁੰਦਾ, ਨਹੀਂ ਤਾਂ ਹਰੇਕ ਜੀਵ ਪ੍ਰਮਾਤਮਾ ਤੋਂ ਵਿਛੜਿਆ ਹੀ ਰਹਿ ਜਾਂਦਾ ਹੈ। ਪਤਾ ਨਹੀਂ ਕਦੋਂ ਕਦੇ ਵਿਛੜੇ ਹੋਏ ਆ, ਬਹੁਤ ਜਨਮ ਵਿਛੜੇ ਤੇ ਮਾਧੋ, ਬੜਾ ਚਿਰ ਹੋ ਗਿਆ, ਪਤਾ ਨਹੀਂ ਕਿੰਨੇ ਕੁ ਚਿਰ ਤੋਂ ਵਿਛੜੇ ਹੋਏ ਆ। ਤੇ ਸਾਹਿਬ ਜੀ ਕਹਿੰਦੇ, ਪਿਆਰਿਓ, ਤੁਸੀਂ ਜਦੋਂ ਕੋਈ ਪ੍ਰਾਣੀ ਮਰ ਜਾਂਦਾ, ਤੁਸੀਂ ਕਹਿੰਦੇ ਹੋ ਅਸੀਂ ਹੱਸਦੇ ਇਸ ਕਰਕੇ ਆ ਕਿ ਮਰਨ ਵਾਲਾ ਪ੍ਰਾਣੀ ਰੱਬ ਦੇ ਵਿੱਚ ਮਿਲ ਜਾਂਦਾ ਹੈ। ਸਤਿਗੁਰੂ ਕਹਿੰਦੇ, ਕੋਈ ਪੱਕਾ ਨਹੀਂ। ਉਸ ਚਰਨਾਂ ਵਿੱਚ, ਪ੍ਰਮਾਤਮਾ ਦੀ ਦਰਗਾਹ ਵਿੱਚ ਉਹੀ ਮਨੁੱਖ ਪ੍ਰਵਾਨ ਹੁੰਦਾ ਜਿਹਨੇ ਬੰਦਗੀ ਕਰੀ ਹੋਵੇ ਤੇ ਸ਼ੁਭ ਕਰਮ ਕਮਾਏ ਹੋਣ। ਗਿਆਨ ਪ੍ਰਾਪਤ ਜਿਨ ਮਨ ਮਾਹੀ, ਵਿਚਰਨ ਮਿਲਣ ਸੋ ਜਾਣਤ ਨਾਹੀ। ਸਤਿਗੁਰੂ ਕਹਿੰਦੇ, ਜਿਨ੍ਹਾਂ ਨੂੰ ਸੱਚੇ ਗਿਆਨ ਦੀ ਪ੍ਰਾਪਤੀ ਹੋ ਜਾਂਦੀ ਹੈ, ਉਹ ਫਿਰ ਜਿਉਂਦਿਆਂ ਜੀ ਹੀ ਪ੍ਰਮਾਤਮਾ ਦੇ ਨਾਲ ਸੁਰਤ ਨੂੰ ਇੱਕ-ਮਿਕ ਕਰ ਲੈਂਦੇ ਨੇ। ਪਰਮਾਤਮ ਪੂਰਨ ਹਵੈ ਸਾਰੇ, ਵਿਚਰੈ ਤੋ ਕਤ ਨਾਹੇ ਨਿਰਾਰੇ। ਗੁਰੂ ਸਾਹਿਬ ਕਹਿੰਦੇ, ਪ੍ਰਮਾਤਮਾ ਤੋਂ ਮਰ ਕੇ ਥੋੜਾ ਪ੍ਰਮਾਤਮਾ ਨੂੰ ਮਿਲਿਆ ਜਾਂਦਾ ਹੈ। ਪ੍ਰਮਾਤਮਾ ਤਾਂ ਸਰਬ ਥਾਈਂ ਵਿਆਪਕ ਹੈ, ਹਰੇਕ ਜਗ੍ਹਾ ਹੀ ਹੈ। ਜਿਹਦੀ ਸੁਰਤ ਜੁੜ ਗਈ, ਉਹ ਜਿਉਂਦੇ ਜੀ ਵੀ ਪ੍ਰਮਾਤਮਾ ਦੇ ਚਰਨਾਂ 'ਚ ਜੁੜਿਆ ਰਹਿੰਦਾ ਹੈ। ਉਹ ਹਮੇਸ਼ਾ ਹੀ ਸੱਚਖੰਡ ਵਾਸੀ ਰਹਿੰਦਾ ਹੈ। ਹਰ ਜਗ੍ਹਾ ਹੀ ਜਿਨ੍ਹਾਂ ਨੇ ਪ੍ਰਮਾਤਮਾ ਦਾ ਸੱਚਖੰਡ ਭਾਵ ਕੇ ਰੱਬ ਨੂੰ ਜਾਣ ਲਿਆ, ਉਹਦਾ ਕਦੇ ਵਿਛੋੜਾ ਹੁੰਦਾ ਹੀ ਨਹੀਂ। ਜੇ ਵਿਛਰੇ ਤੋਂ ਮਿਲਣਾ ਹੋਏ, ਨਾ ਤੁਰ ਮਿਥਿਆ ਕਹਿਣੇ ਦੋਏ। ਸਤਿਗੁਰੂ ਕਹਿੰਦੇ, ਪਿਆਰਿਓ, ਜਿਹੜਾ ਤੁਸੀਂ, ਜੇ ਕਿਸੇ ਦਾ ਜਨਮ ਹੁੰਦਾ ਤੁਸੀਂ ਰੋਣ ਲੱਗ ਪੈਂਦੇ ਹੋ। ਜਨਮ ਹੋਣ ਤੇ ਜੀਵ ਦਾ, ਕਿਸੇ ਬੱਚੇ ਦਾ ਤੁਸੀਂ ਰੋਂਦੇ ਹੋ, ਇਹ ਕਹਿੰਦੇ ਹੋ ਕਿ ਪ੍ਰਮਾਤਮਾ ਤੋਂ ਵਿਛੜ ਕੇ ਆਇਆ, ਇਹ ਦੁਖੀ ਹੈ ਤੇ ਅਸੀਂ ਵੀ ਦੁਖੀ ਹਾਂ। ਸਤਿਗੁਰੂ ਕਹਿੰਦੇ, ਪਿਆਰਿਓ, ਜੇ ਜਨਮ ਹੋਏਗਾ, ਜਨਮ ਤੋਂ ਬਾਅਦ ਬੰਦਾ ਬੰਦਗੀ ਕਰੇਗਾ ਤਾਂ ਹੀ ਮਿਲਾਪ ਹੋਣਾ। ਤੁਸੀਂ ਜਨਮ ਨੂੰ ਵੀ ਦੁੱਖ ਦਾ ਕਾਰਨ ਮੰਨੀ ਜਾ ਰਹੇ ਹੋ। ਵਿਆਪਕ ਦੇਸੈ ਜਿਉ ਆਕਾਸਾ, ਘਾਟੋ ਪਾਦਵਤ ਮਾਇਆ ਮਾਸਾ। ਸਤਿਗੁਰੂ ਕਹਿੰਦੇ, ਇਹ ਜਿਹੜਾ ਤੁਸੀਂ ਜੋ ਜਿਸ ਤਰ੍ਹਾਂ ਦਾ ਜੀਵਨ ਜੀ ਰਹੇ ਹੋ, ਇਹ ਸਾਰਾ ਕੁਝ ਹੀ ਝੂਠ ਹੈ, ਬਿਨਸਨਹਾਰ ਹੈ। ਨਾ ਤਾਂ ਕਿਸੇ ਦੇ ਜਨਮ ਦੇ ਨਾਲ ਕੋਈ ਵਿਛੜਿਆ ਹੀ ਹੈ, ਨਾ ਹੀ ਮੌਤ ਦੇ ਨਾਲ ਹਰੇਕ ਪ੍ਰਾਣੀ ਜਾ ਕੇ ਮਿਲਿਆ ਹੀ ਹੈ। ਇਹ ਜੋ ਤੁਸੀਂ ਮੰਨ ਕੇ ਚੱਲ ਰਹੇ ਹੋ, ਸਤਿਗੁਰੂ ਕਹਿੰਦੇ, ਪਿਆਰਿਓ, ਇਸ ਤਰ੍ਹਾਂ ਨਹੀਂ ਹੋਣਾ। ਇਹ ਤਾਂ ਬੰਦਗੀ ਦੇ ਨਾਲ, ਸਤ ਸੰਗਤ ਦੇ ਪ੍ਰੇਮ ਨਾਲ ਹੀ ਮਿਲਾਪ ਹੁੰਦਾ ਹੈ ਤੇ ਉਹਦੇ ਪ੍ਰੇਮ ਤੋਂ ਟੁੱਟ ਕੇ ਹੀ ਬੰਦਾ ਵਿਛੜਦਾ ਹੈ। ਦੋਹਰਾ ਘਟ ਫੂਟੇ ਆਕਾਸ਼ ਸਭ, ਤਿਉ ਮਾਇਆ ਹੈ ਹਾਨ। ਰੋਵਣ ਹਸਰ ਤੁਮਾਰ ਕੋ, ਸਰਬ ਅਕਾਰਥ ਜਾਣ। ਸਤਿਗੁਰੂ ਕਹਿੰਦੇ, ਜਦੋਂ ਸਰੀਰ ਦਾ ਘੜਾ ਫੁੱਟ ਜਾਂਦਾ ਹੈ, ਇਹ ਸਰੀਰ ਦਾ ਘੜਾ ਫੁੱਟਦਾ ਹੈ, ਆਤਮਾ ਜਿਹੜੀ ਉਹ ਸਫ਼ਰ ਕਰਦੀ ਰਹਿੰਦੀ ਹੈ। ਉਹ ਤਾਂ ਜਿਸ ਦਿਨ ਪ੍ਰਵਾਨ ਹੋਣਾ, ਉਸ ਦਿਨ ਉਹਦੀ ਸਫ਼ਰ ਜਿਹੜੀ, ਉਹਦੀ ਯਾਤਰਾ ਮੁੱਕਣੀ ਹੈ। ਇਸ ਕਰਕੇ ਸਤਿਗੁਰੂ ਕਹਿੰਦੇ, ਤੁਹਾਡਾ ਹੱਸਣਾ ਤੇ ਰੋਣਾ ਦੋਵੇਂ ਅਕਾਰਥ ਨੇ, ਕਿਸੇ ਕੰਮ ਦੇ ਨਹੀਂ। ਚਪਈ ਹਵੈ ਅਧੀਨ ਵਾਸਨਾ ਨਰ ਸਭ, ਜਾਤੇ ਜਨਮ ਧਰਤ ਪੁਨ ਪੁਨ ਤਵ। ਸਤਿਗੁਰੂ ਕਹਿੰਦੇ, ਮਨੁੱਖ ਵਾਸਨਾ ਦੇ ਅਧੀਨ ਹੈ। ਕੋਈ ਕਿਸੇ ਵਾਸਨਾ ਦੇ ਅਧੀਨ ਹੈ, ਕੋਈ ਕਿਸੇ ਵਾਸਨਾ ਦੇ ਅਧੀਨ ਹੈ। ਆਪਣੀ ਵਾਸਨਾ ਦੇ ਕਰਕੇ ਹੀ ਬੰਦਾ ਸੰਸਾਰ ਤੇ ਬਾਰ-ਬਾਰ ਜਨਮ ਲੈਂਦਾ ਹੈ। ਜਨਮ ਮਰਨ ਬਹੁਤੋ ਦੁੱਖ ਪਾਵੈ, ਬਾਰ ਬਾਰ ਆਵੈ ਜਗ ਜਾਵੈ। ਜੀਵ ਜਨਮ ਮਰਨ ਦੇ ਵਿੱਚ ਪੈ ਕੇ ਬੜਾ ਦੁੱਖ ਪਾਉਂਦਾ ਹੈ, ਬਾਰ-ਬਾਰ ਸੰਸਾਰ ਤੇ ਆਉਂਦਾ ਹੈ, ਖੁਆਰ ਹੁੰਦਾ ਹੈ, ਫਿਰ ਮਰ ਜਾਂਦਾ ਹੈ।
गुर के बाक सुने अस जब ही, हृदय विचार कियो नर सब ही। ਜਦੋਂ ਉਹਨਾਂ ਲੋਕਾਂ ਨੇ ਜਿਹੜੇ ਲੋਕ ਕਿਸੇ ਬੱਚੇ ਦਾ ਜਨਮ ਹੋਣ ਤੇ ਰੋਂਦੇ ਨੇ ਤੇ ਕਿਸੇ ਪ੍ਰਾਣੀ ਦੇ ਮਰਨ ਤੇ ਹੱਸਦੇ ਨੇ, ਇਹਨਾਂ ਨੇ ਗੁਰੂ ਸਾਹਿਬ ਜੀ ਦੇ ਬਚਨ ਸੁਣੇ ਤੇ ਇਹਨਾਂ ਨੇ ਆਪਸ ਵਿੱਚ ਵਿਚਾਰ ਕੀਤੀ। ਵਿਚਾਰ ਕੀ ਕੀਤੀ? ਕਹਿੰਦੇ ਸਤ ਬਚਨੇ ਨ ਸੰਤ ਬਖਾਨੇ, ਮਤ ਹਮਾਰ ਮਿਥਿਆ ਪਹਿਚਾਨੇ। ਉਹਨਾਂ ਨੇ ਆਪਸ ਵਿੱਚ ਵਿਚਾਰ ਕੀਤੀ ਕਿ ਜਿਸ ਵਿਚਾਰ ਨੂੰ ਅਸੀਂ ਮੰਨਦੇ ਸੀ ਉਹ ਵਿਚਾਰ ਸੱਚਮੁੱਚ ਹੀ ਇਹਨਾਂ ਸੰਤਾਂ ਨੇ ਝੂਠੀ ਸਿੱਧ ਕਰ ਦਿੱਤੀ, ਕਿਉਂਕਿ ਜੋ ਸਾਡਾ ਮੰਨਣਾ ਸੀ ਉਹ ਇਹਨਾਂ ਨੇ ਸਾਨੂੰ ਸਮਝਾ ਦਿੱਤਾ ਹੈ ਕਿ ਅਸੀਂ ਉਹ ਮਿੱਥੇ ਹੀ ਮੰਨਦੇ ਰਹੇ ਹਾਂ। ਐਵੇਂ ਹੀ ਉਹ ਵਿਚਾਰ ਅਸੀਂ ਬਣਾ ਲਈ। ਜਿਹੜੇ ਬਚਨ ਇਹਨਾਂ ਮਹਾਂਪੁਰਖਾਂ ਨੇ, ਰੱਬ ਦੇ ਪਿਆਰਿਆਂ ਨੇ ਸਮਝਾਏ ਨੇ, ਉਹ ਬਿਲਕੁਲ ਸੱਚ ਨੇ। ਬਿਨ ਸੰਦੇਹ ਭਏ ਜਬ ਸੁਣ ਕੈ, ਬੰਧਨ ਕਰਤ ਭਏ ਗੁਰ ਗੁਣ ਕੈ। ਗੁਰੂ ਸਾਹਿਬ ਜੀ ਦੇ ਬਚਨ ਸੁਣ ਕੇ ਇਹਨਾਂ ਦੇ ਸੰਦੇਹ ਮਿਟ ਗਏ, ਕਿਉਂਕਿ ਗੁਰੂ ਸਾਹਿਬ ਨੇ ਬਾਣੀ 'ਚ ਬਚਨ ਕਹੇ ਨੇ। ਇਹ ਗੱਲ ਠੀਕ ਹੈ, ਸਾਹਿਬ ਨੇ ਕਿਹਾ ਜਦੋਂ ਜੀਵ ਸੰਸਾਰ ਤੇ ਜਨਮ ਲੈਂਦਾ ਹੈ ਬੱਚਾ ਤਾਂ ਰੋਂਦਾ ਹੈ ਤੇ ਬਾਕੀ ਸਾਰੇ ਪਰਿਵਾਰ ਦੇ ਹੱਸਦੇ ਨੇ। ਉਹ ਬੱਚਾ ਇਸ ਕਰਕੇ ਰੋਂਦਾ ਹੈ ਕਿ ਪ੍ਰਮਾਤਮਾ ਜੀ ਤੋਂ ਦੂਰ ਹੋਇਆ, ਤੇ ਪਰਿਵਾਰ ਇਸ ਕਰਕੇ ਹੱਸਦਾ ਹੈ ਕਿ ਹੁਣ ਸਾਡੇ ਘਰ ਵਿੱਚ ਨਵਾਂ ਜੀਵ ਜਨਮਿਆ। ਪਰ ਸਾਹਿਬ ਨੇ ਕਿਹਾ ਜੇ ਜੀਵ ਸੰਸਾਰ ਤੇ ਜਨਮ ਲੈ ਕੇ ਬੰਦਗੀ ਕਰੇ, ਪ੍ਰਮਾਤਮਾ ਜੀ ਦੇ ਨਾਮ ਨੂੰ ਜਪੇ, ਤੇ ਜੀਵ ਦਾ ਰੋਣਾ ਜ਼ਿੰਦਗੀ ਦਾ ਮੁੱਕ ਜਾਂਦਾ ਹੈ। ਰੋਂਦਾ ਹੈ ਹਰੇਕ ਪ੍ਰਾਣੀ ਜਦੋਂ ਜਨਮ ਹੁੰਦਾ ਹੈ, ਕਿਉਂਕਿ ਸੰਸਾਰ ਵਿੱਚ ਜਨਮ ਦੀ ਤੇ ਤੰਦਰੁਸਤ ਹੋਣ ਦੀ ਨਿਸ਼ਾਨੀ ਹੈ ਜਦੋਂ ਬੱਚਾ ਰੋਂਦਾ ਹੈ। ਜੇ ਬੱਚਾ ਨਾ ਰੋਵੇ ਤੇ ਡਾਕਟਰ ਜਿਹੜੇ ਨੇ ਉਹਨਾਂ ਨੂੰ ਚਿੰਤਾ ਹੋ ਜਾਂਦੀ ਹੈ ਬੱਚਾ ਰੋਇਆ ਕਿਉਂ ਨਹੀਂ। ਉਹਨੂੰ ਥੋੜਾ ਜਿਹਾ ਹਿਲਾ ਜੁਲਾ ਕੇ ਰਵਾਉਂਦੇ ਨੇ ਕਿ ਰੋ ਪਵੇ ਤਾਂ ਜੋ ਸਾਨੂੰ ਪੱਕਾ ਪਤਾ ਲੱਗ ਜਾਏ ਕਿ ਹਾਂ ਇਹ ਬੱਚਾ ਤੰਦਰੁਸਤ ਹੈ ਤੇ ਠੀਕ ਹੈ। ਉਹ ਨਿਸ਼ਾਨੀ ਤਾਂ ਹੈ ਸੰਸਾਰ ਵਿੱਚ ਜਦੋਂ ਬੱਚੇ ਦਾ ਜਨਮ ਹੁੰਦਾ ਹੈ, ਪਰ ਉਹ ਰੋਣੇ ਪੱਕੇ ਤੌਰ ਤੇ ਮੁਕਾਏ ਜਾ ਸਕਦੇ ਨੇ ਜੇ ਅਗਲਾ ਜੀਵਨ ਗੁਰੂ ਲੇਖੇ ਲੱਗ ਜਾਵੇ। ਜੇ ਗੁਰੂ ਲੇਖੇ ਨਾ ਲੱਗਿਆ ਤਾਂ ਇਹ ਰੋਣੇ ਬੰਦੇ ਦੇ ਜ਼ਿੰਦਗੀ ਦੇ ਕਈ ਵਾਰੀ ਕਈ ਜਨਮਾਂ ਵਿੱਚ ਵੀ ਨਹੀਂ ਮੁੱਕਦੇ। ਪਤਾ ਨਹੀਂ ਫਿਰ ਬੰਦੇ ਨੂੰ ਕਿੰਨੇ ਕੁ ਵਾਰੀ ਰੋਣਾ ਪੈਂਦਾ, ਕਿੰਨੇ ਕੁ ਵਾਰੀ ਦੁੱਖਾਂ ਵਿੱਚ ਪੈਣਾ ਪੈਂਦਾ ਹੈ। ਜੇ ਦੁੱਖ ਤੇ ਰੋਗ ਮਿਟਾਉਣੇ ਨੇ ਤਾਂ ਗੁਰੂ ਨਾਨਕ ਸਾਹਿਬ ਨੇ ਜਿਹੜੀ ਮੱਤ ਇਹਨਾਂ ਨੂੰ ਦਿੱਤੀ ਕਿ ਭਾਈ ਫਿਰ ਬੰਦਗੀ ਕਰਨੀ ਪੈਣੀ ਹੈ ਤੇ ਸਤ ਸੰਗਤ ਕਰਕੇ ਜੀਵਨ ਸਫਲਾ ਕਰਨਾ ਪੈਣਾ। ਜਦੋਂ ਇਹ ਗੱਲ ਇਹਨਾਂ ਦੇ ਸਮਝ ਵਿੱਚ ਆ ਗਈ, ਇੱਥੋਂ ਦੇ ਲੋਕ ਜਿਹੜੇ ਨੇ ਗੁਰੂ ਸਾਹਿਬ ਦੇ ਚਰਨੀ ਪੈ ਗਏ। ਬਿਨੇ ਕਰਤ ਭੇ ਬਾਰੰਬਾਰੇ, ਹਮਰੇ ਗਤ ਕੀਜੇ ਗਤਦਾਰੀ। ਗੁਰੂ ਸਾਹਿਬ ਦੇ ਬਚਨ ਸੁਣ ਕੇ ਨਮਸਕਾਰ ਕਰਕੇ ਕਹਿਣ ਲੱਗੇ ਸਤਿਗੁਰੂ ਜੀ ਕਿਰਪਾ ਕਰੋ, ਤੁਸੀਂ ਮੁਕਤੀ ਦੇ ਦਾਤੇ ਹੋ, ਸਾਨੂੰ ਵੀ ਮੁਕਤ ਕਰ ਦਿਓ, ਸਾਡਾ ਵੀ ਜੀਵਨ ਮੁਕਤ ਕਰ ਦਿਓ। ਨਿਜ ਉਪਦੇਸ਼ ਦੀਜੀਏ ਹਮਕੋ, ਸੰਨ ਪਰੇ ਕੀ ਲਜਿਆ ਤੁਮਕੋ। ਰਹਿਮਤਾਂ ਕਰੋ ਸਾਡੇ ਤੇ, ਤਰਸ ਕਰੋ, ਆਪਣਾ ਸੋ ਉਪਦੇਸ਼ ਸਾਨੂੰ ਬਖਸ਼ਿਸ਼ ਕਰੋ। ਅਸੀਂ ਤੁਹਾਡੀ ਸ਼ਰਨ ਵਿੱਚ ਆ ਗਏ ਹਾਂ, ਕਿਰਪਾ ਕਰਕੇ ਸ਼ਰਨ ਆਇਆਂ ਦੀ ਲਾਜ ਰੱਖਣੀ ਕਰੋ। ਸੁਣ ਅਧੀਨਤਾ ਤਿਨ ਜਗਤੇਸਾ, ਦੇਤ ਪੈ ਆਪਣੇ ਉਪਦੇਸਾ। ਜਗਤ ਦੇ ਮਾਲਕ ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਇਹਨਾਂ ਦੇ ਮਨ ਦੀ ਅਧੀਨਤਾ ਨੂੰ ਵੇਖ ਕੇ, ਪ੍ਰੇਮ ਨੂੰ ਵੇਖ ਕੇ ਸਤਿਗੁਰਾਂ ਨੇ ਫਿਰ ਬਚਨ ਕੀਤਾ, ਉਪਦੇਸ਼ ਦੇਣਾ ਕੀਤਾ ਹੈ। ਸਤਨਾਮ ਸਿਮਰੋ ਲਿਵ ਲਾਵੋ, ਤੇ ਤੇ ਸਾਗਰੇ ਇੱਛ ਪੁਜਾਵੋ। ਸਤਿਗੁਰੂ ਕਹਿਣ ਲੱਗੇ ਪਿਆਰਿਓ, ਲਿਵ ਜੋੜ ਕੇ ਚਿੱਤ ਇਕਾਗਰ ਕਰਕੇ ਸਤਨਾਮ ਦਾ ਸਿਮਰਨ ਕਰੋ। ਜਦੋਂ ਸਿਮਰਨ ਕਰੋਗੇ ਤੁਹਾਡੇ ਮਨ ਦੀ ਇੱਛਾ ਪੂਰੀ ਹੋ ਜਾਏਗੀ। ਹੁਕਮ ਸਤ ਮਾਨੋ ਕਰਤਾਰਾ, ਮਰਨ ਜੀਣ ਜਾਨੋ ਇੱਕ ਸਾਰਾ। ਸਤਿਗੁਰੂ ਕਹਿੰਦੇ ਪ੍ਰਮਾਤਮਾ ਜੀ ਦਾ ਹੁਕਮ ਜਿਹੜਾ ਹੈ ਉਹਨੂੰ ਸਿਰ ਮੱਥੇ ਮੰਨਣਾ ਕਰੋ, ਜਨਮ ਤੇ ਮਰਨ ਨੂੰ ਇੱਕ ਸਾਰ ਮੰਨਣਾ ਕਰੋ। ਗੁਰੂ ਸਾਹਿਬ ਨੇ ਜਿਹੜੀ ਸਾਨੂੰ ਮਰਜ਼ਾਦਾ ਦਿੱਤੀ ਹੈ, ਹੁਣ ਸਿੱਖ ਦੇ ਘਰ ਵਿੱਚ ਚਾਹੇ ਬੱਚੇ ਦਾ ਜਨਮ ਹੋਵੇ, ਬੱਚੇ ਦੇ ਜਨਮ ਦੇ ਨਾਲ ਪਰਿਵਾਰ ਸਾਰਾ ਖੁਸ਼ ਹੁੰਦਾ ਹੈ। ਜਦੋਂ ਗੁਰੂ ਕੀ ਬਾਣੀ ਦਾ ਪਾਠ ਕਰਵਾਉਂਦਾ ਹੈ ਕੋਈ ਵੀ ਗੁਰੂ ਦਾ ਪਿਆਰਾ ਸਿੱਖ ਆਪਣੇ ਘਰ ਦੀ ਖੁਸ਼ੀ ਨੂੰ ਮਨਾਉਣ ਵਾਸਤੇ, ਤੇ ਗੁਰੂ ਪਿਆਰਿਓ ਅਖੰਡ ਪਾਠ ਸਾਹਿਬ ਹੋਵੇ, ਸਹਿਜ ਪਾਠ ਸਾਹਿਬ ਹੋਵੇ ਤਾਂ ਸਮਾਪਤੀ 9ਵੇਂ ਮਹੱਲੇ ਦੇ ਸ਼ਲੋਕ ਪੜ੍ਹ ਕੇ ਹੋਣੀ ਹੈ, ਜਿਹਦੇ ਵਿੱਚ ਮੌਤ ਦਾ ਹੀ ਜ਼ਿਕਰ ਹੈ। ਸਾਡੇ ਘਰ ਵਿੱਚ ਇਹ ਖੁਸ਼ੀ ਵੀ ਹੈ,
पर गुरु साहब चेते कराते ने, याद रखी तेरे घर में खुशी है, खुआर ना हो जाए खुशियां में पै के। पर जे साडे घर में दुख होवे, भावें साडे घर में किड्डी वड्डी मुश्किल आई होवे, कितना ही वड्डा दुख लग्या होवे, पर साडी रहत मर्यादा के मुताबिक समाप्ति आनंद साहब पढ़ के होनी। दुख है भावें साडे घर में, पर यह नहीं कह सकते भाई साहब हुण आनंद साहब ना पढ़ो, साडे घर में बड़ा दुख है। जे दुख है तो समाप्ति आनंद साहब पढ़ के ही होनी है। संदेश है सतगुरां दा, भाई जे दुख आया गुरु के चरणों में जुड़ के रही, आनंद भी आएगा। पर जे साडे घर में खुशी है तो असीं ये नहीं कह सकते 9वें महल्ले के श्लोक नहीं जी पढ़ने, समाप्ति 9वें महल्ले के श्लोक पढ़ के ही होए। गुरु साहब ने साडे जीवन नूं एक सार रखिया है, खुशी ते गमी विच साडे जीवन नूं एक पासे उलारू होण तो बचाया है कि बहुतियां खुशियां विच आके किते असलीयत नूं ना भुल जाए, ते बहुते दुखां विच आके किते चढ़दी कला नूं भी ना भुल जाए, किते इह ना होवे कि ढैंदी कला विच ही चला जाए। दुखां विच रह के भी आनंद साहब पढ़ना है, भाव के आनंद गुरु साहब के चरणों में जुड़िया मिलना है। ते पर जे सुख होवन तो 9वें महल्ले के श्लोक पढ़ने ने, जिहदे च गुरु साहब ने कहा ये संसार सुपना है, ये बिनसनहार है, तो एक दिन बिनस जाएगा। इस तरह ही सतगुरां ने इन्होंने उपदेश दिता, कहन लगे प्यारिओ परमात्मा जी के हुक्म नूं सच्चा करके जानो, मरण ते जन्म जिहड़ा है इनू एक सार जानना करो, बहुते उलारू ना होवो। हर कसोग ते मन थिर कीजै, बिन संसे तब मुक्त होवीजै। सतगुरु कहते दुख ते सुख तो मन नूं स्थिर करो। जदों तुसीं सिमरन करोगे तुहाडा मन दुख ते सुख की अवस्था में एक सार रहन लग जाएगा, एकाग्र रहन लग पवेगा। जिन्हों गुरु की बाणी के बचन आप रोज पढ़ते हैं, नानक भगता सदा विगास, विगास भाव के सदा ही खेड़ा है। ये अवस्था सतगुरु कहते तां मिलनी है जे लिव जोड़ के सतनाम का सिमरन करोगे। आस उपदेश सुनियो सिख भये, श्री नानक मैं निहचा किए। सतगुरां दा उपदेश सुन के इस खंड के लोग भी गुरु साहब के सिख बन गए। गुरु साहब जी के चरणों ते सारिया ने निश्चय टिका लिया। सत संगत होवन तह लागी, हर कीरत गावे बड़ भागी। गुरु साहब जी के चरणों में सतसंगत होने लग पई है। बड़िया भागां वाले सारे लोग परमात्मा जी की बाणी का कीर्तन गायन करन लग पे ने। सेवा संतन की सब करहे, तर सरदा हर नाम सिमरही। सारे लोग जिहड़े ने संतां दी, रब दे प्यारियां दी सेवा करन लग पे ने, सरदा धारण करके परमात्मा जी के नाम का सिमरन करन लग पे ने। दोहरा कितक दिवस श्री गुर रहे, दीनो धर्म दृढ़ाए। कर संतोख सिंह बंदना, पूर्ण होयो ध्याए। कई दिन गुरु साहब जी इस इलाके में रहे, इथों दी संगतां नूं नाम दृढ़ गुरु साहब जी ने कराउणा कीता है। कवि संतोख सिंह जी कहते मैं गुरु साहब के चरणों ते वंदना करदा हाँ, गुरु साहब की कृपा दे नाल ये प्रसंग इत्थे समाप्त हो गया है। आओ जिहड़ा अगला प्रसंग है, गुरु साहब जी अगले सफर ते चल रहे ने, किवें लोकां दा भला करदे ने, वो प्रसंग आपां कल दे दीवान विच श्रवण करांगे जी। गुरु साहब जी का जस सुनदे हां, गुरु कीआं वडियाईयां सुनदे हां, जिहड़ा उपदेश सतगुरां ने उन्हां समयां दे विच संगतां नूं दित्ता, उहदे नाल साडी सांझ बन रही है। सतगुरु के उपदेश नूं जीवन में कमाईए, लिव जोड़ के वाहिगुरू परमात्मा जी के नाम का सिमरन करिए, तां जो साडा भी जीवन जिहड़ा है इस जीवन दे विच असीं अपने लोक सुखीए ते परलोक सेले कर सकीए। होईयां भुल्लां दी खिमा प्रेम सहित सारी संगतां खोजी। वाहिगुरू जी का खालसा, वाहिगुरू जी की फतेह। सतनाम वाहिगुरू साहिब जी। तू मेरो मेर पर्वत स्वामी, उड़ गई मैं तेरे, ना तुम डोलो ना हम गिरते, रख ली हर तेरे। जान जहाँ तुझे करना जान, करना जहाँ तेरे।
ਤੇ